करना। मैं कहा डैडी मैनूं ऐं क्यों लगदा भी तुसीं ना एक जंग दे मैदान 'ਚ मैनूं कल्ली नूं ही छड्ड गए। ਇਹ ਨਹੀਂ ਹੁੰਦਾ ਸੀ ਵੀ ਡੈਡੀ ਨੇ ਜਾਂ ਮੇਰੇ ਘਰਦਿਆਂ ਨੇ ਕਿਸੇ ਨੇ ਕਿਹਾ ਹੋਵੇ ਵੀ ਤੂੰ ਕੁੜੀ ਹੈ ਤਾਂ ਕਰਕੇ ਤੂੰ ਇਹ ਨਹੀਂ ਕੰਮ ਕਰ। ਅਸਲ 'ਚ ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਕਿ ਮੈਂ ਪਿੰਡ ਨਾ ਆਵਾਂ, ਪਰ ਪਤਾ ਨਹੀਂ ਕਿਉਂ ਮੇਰਾ ਦਿਲ ਹੀ ਇੱਥੇ ਆ। ਪਹਿਲਾਂ ਤਾਂ ਮੈਂ 22 ਸਾਲ ਦੀ ਕੁੜੀ ਸੀ ਤੇ ਸੱਚੀ ਮੈਨੂੰ ਕੁਝ ਨਹੀਂ ਪਤਾ ਸੀਗਾ ਵੀ ਕਿੱਦਾਂ ਇਹਨਾਂ ਨਾਲ ਡੀਲ ਕਰਾਂ, ਕਿੱਦਾਂ ਇਸ ਮਸਲੇ ਨੂੰ ਦੇਖਾਂ। ਵੀ ਜਦੋਂ ਲੜਾਈ ਹੁੰਦੀ ਆ ਉਦੋਂ ਹੀ ਤੁਸੀਂ ਲੜਾਈ 'ਚ ਨਹੀਂ ਜਾਣਾ, ਉਹਨੂੰ ਠੰਡੇ ਹੋਣ ਦਿਓ, ਉਦੋਂ ਨੂੰ ਤੁਹਾਨੂੰ ਵੀ ਕੋਈ ਸੋਲੂਸ਼ਨ ਮਿਲ ਜੂਗਾ, ਉਹ ਬੰਦੇ ਦਾ ਗੁੱਸਾ ਵੀ ਘਟ ਜੂਗਾ। ਪਰ ਉਹ ਲੋਕ ਪੜ੍ਹਾਈ ਜੱਗੇ ਨੇ। ਕੇਰਲਾ ਦੀ ਤਾਂ ਪਰ ਇਹ ਦੇ ਵਿੱਚ ਲਾਇਬ੍ਰੇਰੀ ਉਹਨਾਂ ਦੇ ਹਰ ਘਰ ਦੇ ਵਿੱਚ ਲਾਇਬ੍ਰੇਰੀ। ਸਾਡੇ ਤਾਂ ਇਹ ਹੈ ਅਸਲ ਦੇ ਵਿੱਚ ਪਿਤਾ ਜੀ ਦੀ ਅੱਡ ਗੱਡੀ ਹੈ, ਬੇਬੇ ਜੀ ਦੀ ਅੱਡ ਗੱਡੀ ਹੈ, ਬੱਚਿਆਂ ਦੀ ਅਲੱਗ ਗੱਡੀ ਹੈ, ਅਸੀਂ ਇੱਧਰ ਨੂੰ ਤੁਰ ਪਏ ਹਾਂ। ਤੁਹਾਡੇ ਕੋਲੇ ਉਹ ਕਿਹੜੇ ਨੁਕਤੇ ਸੀ ਜਿਹੜੇ ਤੁਸੀਂ ਛੋਟੇ ਕੰਮ ਕਰਵਾ ਲਏ ਲਾਇਬ੍ਰੇਰੀ ਤੇ, ਤੁਸੀਂ ਵੱਡੇ ਫੰਡ ਜਿਹੜੇ ਉਹ ਖਰਚੇ ਕੀਤੇ ਹੋਰ ਵੀ ਕੰਮਾਂ ਤੇ? ਮੈਂ ਨਕਸ਼ਾ ਲੈ ਗਈ ਉਹਨਾਂ ਕੋਲੇ, ਮੈਂ ਕਿਹਾ ਮੈਂ ਆਹ ਬਣਾਉਣਾ, ਮੇਰੇ ਕੋਲੇ 3 ਲੱਖ ਹੀ ਫੰਡ ਆਇਆ ਬਟ ਇਹ 8 ਲੱਖ 'ਚ ਬਣ ਰਹੀ ਹੈ। ਲਾਇਬ੍ਰੇਰੀ ਸ਼ੁਰੂ ਹੋ ਗਈ, ਫਿਰ ਲਾਇਬ੍ਰੇਰੀ ਬਣ ਗਈ ਜਿੱਤੇ ਕੁੱਲ ਖਰਚਾ 12 ਲੱਖ ਰੁਪਏ ਦਾ ਆਇਆ। ਫੰਡਸ ਆ ਰਹੀ ਹੈ, ਸਕੀਮਾਂ ਬਹੁਤ ਚੱਲ ਰਹੀਆਂ ਨੇ, ਪਰ ਇਹ ਵੀ ਅਸੀਂ ਆਹ ਚੀਜ਼ਾਂ ਆਪਣੇ ਪਿੰਡ 'ਚ ਕਰਨਾ ਹੀ ਨਹੀਂ ਚਾਹੁੰਦੇ। ਈਵਨ ਮੇਰੇ ਪਿੰਡ ਦੇ ਲੋਕ ਵੀ ਕਹਿੰਦੇ ਆ ਵੀ ਕੂੜੇ ਵਾਲੇ ਨੂੰ ਪਿੰਡ 'ਚ ਕਿਉਂ ਲਾਇਆ ਆਪਾਂ। ਹੈਰਾਨੀ ਦੀ ਗੱਲ ਉਦੋਂ ਹੁੰਦੀ ਹੈ ਜਦੋਂ ਕੂੜਾ ਹੈ ਨਹੀਂ ਕਹਿ ਕੇ ਲੋਕ ਕਰਦੇ, ਕਿਉਂਕਿ ਮੈਨੂੰ ਪਤਾ ਕੋਈ ਵੀ ਆਪਣੇ ਇਹ ਜਿਹਾ ਟ੍ਰੈਂਡ ਤਾਂ ਚੱਲਿਆ, ਜਿਵੇਂ ਪਹਿਲਾਂ ਹੁੰਦਾ ਸੀ ਬਾਜ਼ਾਰ ਚੱਲਿਆ ਝੋਲਾ ਲੈ ਕੇ ਜਾਂਦੇ ਸੀ, ਹੈ ਨਾ, ਉਹ ਟ੍ਰੈਂਡ ਹੀ ਖਤਮ ਹੋ ਗਿਆ। ਜੇਕਰ ਕਿਸੇ ਦੇ ਝੋਲਾ ਹੱਥ 'ਚ ਦੇਖਿਆ ਜਾਂਦਾ ਤਾਂ ਉਹਨੂੰ ਅਨਪੜ੍ਹ ਦਾ ਦਰਜਾ ਦੇ ਦਿੱਤਾ ਜਾਂਦਾ। ਤੇ ਮੈਂ ਤਾਂ ਕਹਿੰਦੀ ਪਲਾਸਟਿਕ ਲਿਜਾਣਾ ਅਨਪੜ੍ਹਤਾ, ਮਤਲਬ ਤੁਸੀਂ ਪਲਾਸਟਿਕ ਸਾਡੇ ਲਈ ਇਹ ਜ਼ਹਿਰ ਹੈ, ਤੁਸੀਂ ਜਾਣਦੇ ਹੀ ਨਹੀਂ। ਤੇ ਝੋਲਾ ਸਾਡੇ ਲਈ ਜ਼ਹਿਰ ਨਹੀਂ ਹੈ, ਉਹ ਸਾਡਾ ਵਿਰਸਾ ਹੈ, ਅਮੀਰ ਵਿਰਸਾ ਹੈ। ਬਿਮਾਰੀ ਹੀ ਲਾ ਲਓ ਕਿ ਅਸੀਂ ਆਪਦੇ ਦਿਮਾਗ 'ਚ ਆਪ ਹੀ ਸੋਚੀ ਜਾਂਦੇ ਹਾਂ ਵੀ ਫਲਾਨੀ ਚੀਜ਼ ਮੈਂ ਇਸ ਕਰਕੇ ਨਹੀਂ ਕਰ ਸਕਦੀ ਕਿਉਂਕਿ ਮੈਂ ਕੁੜੀ ਹਾਂ। ਸਤਿ ਸ਼੍ਰੀ ਅਕਾਲ। ਬੀ ਸੋਸ਼ਲ ਦੇ ਪ੍ਰੋਗਰਾਮ ਸਿਆਸੀ ਖੁੰਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਮਨਪ੍ਰੀਤ ਰਾਮਣਵਾਸ। ਅੱਜ ਅਸੀਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾਨਖਾਨਾ ਦੇ ਵਿੱਚ ਬੈਠੇ ਹੋਏ ਹਾਂ ਤੇ ਜਿੱਥੇ ਅੱਜ ਦੀ ਗੱਲਬਾਤ ਜਿਹੜੀ ਹੋਵੇਗੀ ਛੋਟੀ ਜਿਹੀ ਉਮਰ ਦੇ ਸਰਪੰਚ ਸੈਸ਼ਨਦੀਪ ਕੌਰ ਹੋਣਿਆਂ ਦੇ ਨਾਲ ਹੋਵੇਗੀ। ਸਰਪੰਚੀ ਦੇ ਜਿਹੜੇ 4 ਸਾਲ ਨੇ ਤਕਰੀਬਨ ਉਹ ਪੂਰੇ ਹੋ ਚੱਲੇ ਨੇ ਤੇ ਥੋੜ੍ਹੇ ਸਮੇਂ ਬਾਅਦ ਜਿਹੜੀਆਂ ਪੰਚਾਇਤੀ ਚੋਣਾਂ ਹੋਣੀਆਂ ਨੇ, ਤਾਂ 4 ਸਾਲਾਂ ਦੇ ਵਿੱਚ ਉਹਨਾਂ ਦਾ ਕੀ ਤਜਰਬਾ ਰਿਹਾ, ਨਾਲ ਔਰਤਾਂ ਨੂੰ ਕਿੰਨੀ ਕੁ ਵੱਡੀ ਸਮੱਸਿਆ ਹੁੰਦੀ ਹੈ ਸਰਪੰਚੀ ਕਰਨੀ, ਖਾਸ ਤੌਰ 'ਤੇ ਇੱਕ ਨੌਜਵਾਨ ਲੜਕੀ ਦੇ ਲਈ ਕਿੰਨਾ ਕੁ ਸੌਖਾ ਰਿਹਾ ਸਰਪੰਚੀ ਦੇ ਵਿੱਚ, ਔਰ ਕਿਹੜੀਆਂ ਵੱਡੀਆਂ ਦਿੱਕਤਾਂ ਆਉਣਾ ਜਾਂ ਫਿਰ ਕਿਹੜੇ ਉਹ ਕੰਮ ਨੇ ਜਿਹੜੇ ਉਹਨਾਂ ਨੇ ਪਿੰਡ ਦੇ ਵਿੱਚ ਕੀਤੇ ਨੇ, ਖਾਸ ਤੌਰ 'ਤੇ ਜੇ ਉਹ ਇੱਕ ਔਰਤ ਨੇ ਤਾਂ ਔਰਤਾਂ ਦੇ ਲਈ ਉਹਨਾਂ ਨੇ ਖਾਸ ਕੀ ਕੀਤਾ। ਗੱਲਬਾਤ ਨੂੰ ਲੈ ਕੇ ਅੱਜ ਸਾਡੇ ਨਾਲ ਸਰਪੰਚ ਸੈਸ਼ਨਦੀਪ ਕੌਰ ਹੋਣਗੇ। ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਤਾਂ ਜਿਵੇਂ ਮੈਂ ਗੱਲ ਕੀਤੀ ਆ ਸ਼ੁਰੂਆਤ ਦੇ ਵਿੱਚ 4 ਸਾਲਾਂ ਦਾ ਜਿਹੜਾ ਵਕਫਾ ਹੈਗਾ ਉਹ ਸਰਪੰਚੀ ਦਾ ਪੂਰਾ ਹੋ ਚੱਲਿਆ ਤਕਰੀਬਨ, ਤਾਂ ਕਿੰਨਾ ਕੁ ਸੌਖਾ ਰਿਹਾ ਸਰਪੰਚੀ ਦੇ ਵਿੱਚ 4 ਸਾਲਾਂ ਦੇ ਸਮੇਂ ਦੇ ਵਿੱਚ ਇੱਕ ਜਨਾਨੀ ਦੇ ਤੌਰ 'ਤੇ ਜਾਂ ਇੱਕ ਔਰਤ ਦੇ ਹੋਣ 'ਤੇ? ਸੌਖਾ ਤਾਂ ਕੁਝ ਵੀ ਨਹੀਂ ਹੁੰਦਾ, ਪਰ ਇਹ ਹੈ ਵੀ ਇਹ ਜਿਹੜਾ ਮੇਰਾ ਸਫ਼ਰ ਸੀਗਾ ਸੌਖਾ ਤੇ ਔਖਾ ਦੋਨਾਂ ਦਾ ਹੀ ਸੀਗਾ, ਦੋਨਾਂ ਦਾ ਹੀ ਸੁਮੇਲ ਸੀਗਾ। ਪਰ ਹੁਣ ਜੇ ਮੈਂ ਦੇਖਦੀ ਹਾਂ ਤਾਂ ਇੱਕ ਬਹੁਤ ਵਧੀਆ ਇਹ ਸਫ਼ਰ ਹੈਗਾ ਔਰ ਮੈਂ ਬਹੁਤ ਇੰਜੋਏ ਕੀਤਾ ਇਸ ਦੇ ਵਿੱਚ। ਤਾਂ ਸ਼ੁਰੂਆਤ ਹੁੰਦੀ ਆ, ਕਿਉਂਕਿ ਕਈ ਵਾਰੀ ਹੁੰਦਾ ਹੈ ਘਰ ਦੇ ਵਿੱਚ ਗੱਲਾਂ ਬਾਤਾਂ ਚੱਲਦੀਆਂ ਨੇ ਜਦੋਂ ਕੋਈ ਵੀ ਆਪਾਂ ਕੰਮ ਕਰਨਾ ਹੁੰਦਾ, ਜਦੋਂ ਸਰਪੰਚੀ ਦੀ ਸ਼ੁਰੂਆਤ ਕੀਤੀ ਜਾਂ ਫਿਰ ਸੋਚਿਆ ਕਿ ਸਰਪੰਚ ਬਣਿਆ ਜਾਵੇ ਪਿੰਡ ਦਾ, ਤਾਂ ਉਸ ਘਰ ਦਾ ਮਾਹੌਲ ਕੀ ਸੀ ਜਾਂ ਕਿਹੜੀਆਂ ਗੱਲਾਂ ਨੂੰ ਲੈ ਕੇ ਤੁਸੀਂ ਸਰਪੰਚ ਬਣੇ, ਤੇ ਉਹ ਗੱਲਾਂ ਹੁਣ ਤੱਕ ਕਿੱਥੋਂ ਤੱਕ ਪੁੱਜੀਆਂ ਨੇ, ਕਿੱਥੋਂ ਤੱਕ ਉਹ ਕੰਮ ਪੁੱਜੇ ਨੇ ਜਿਹੜੇ ਵੱਡੇ ਤੁਹਾਡੇ ਮਨ ਦੇ ਚਾਅ ਸੀ ਜਾਂ ਇੱਕ ਵੱਡੇ ਸੁਪਨੇ ਹੁੰਦੇ ਨੇ ਕਿ ਪਿੰਡ ਨੂੰ ਇਹ ਦੇਣਾ? ਸੋ ਜਦੋਂ ਮੈਨੂੰ ਅੱਜ ਵੀ ਯਾਦ ਹੈ ਜਦੋਂ ਵੋਟਾਂ ਸੀਗੀਆਂ, ਜਦੋਂ 4 ਸਾਲ ਪਹਿਲਾਂ ਦਾ ਜਦੋਂ ਸਮਾਂ ਸੀਗਾ, ਤਾਂ ਉਦੋਂ ਮੈਂ ਬੈਠੀ ਪੜ੍ਹ ਰਹੀ ਸੀ ਆਰਾਮ ਨਾਲ, ਤੇ ਅਚਾਨਕ ਹੀ ਮੇਰੇ ਮੰਮੀ ਪਾਪਾ ਆਉਂਦੇ ਨੇ, ਕਿਉਂਕਿ ਮੰਮਾ ਸਕੂਲ ਜਾਂਦੇ ਆ ਤਾਂ ਇਕੱਠੇ ਹੀ ਆਉਂਦੇ ਸੀਗੇ, ਤੇ ਜਦੋਂ ਆਉਂਦੇ ਆ ਤਾਂ ਮੈਨੂੰ ਆ ਕੇ ਕਹਿੰਦੇ ਆ ਵੀ ਸੈਸ਼ਨ ਐਕਟਿਵ ਵੋਟਾਂ 'ਚ ਤੈਨੂੰ ਸਰਪੰਚ ਨਾ ਬਣਾ ਦਈਏ। ਮੈਂ ਬੜੀ ਹੈਰਾਨੀ ਦੇ ਨਾਲ ਉਹਨਾਂ ਨੂੰ ਦੇਖਦੀ, ਮੈਂ ਕਿਹਾ ਮੈਂ ਸਰਪੰਚ ਬਣੂੰਗੀ, ਕਿਉਂਕਿ ਮੈਂ ਮਤਲਬ ਪੜ੍ਹਾਈ ਜਾਂ ਤੇ ਕਦੇ ਵੀ ਨਹੀਂ ਹਾਲੇ ਸੋਚਿਆ ਨਹੀਂ ਕਿ ਇਸ ਪਾਸੇ ਆਉਣਾ ਹੈ ਨਾ। ਤੇ ਪਰ ਉਹ ਕਹਿੰਦੇ ਵੀ ਦੇਖ ਲੈ ਵੀ ਜੇ ਤੈਨੂੰ ਲੱਗਦਾ ਹੈ ਜਾਂ ਤੈਨੂੰ ਮਤਲਬ ਹੈਗਾ ਕੁਛ ਇੱਦਾਂ ਦਾ, ਤੇ ਮੇਰਾ ਵੀ ਮਨ ਸੀਗਾ ਕਿ ਮੈਂ ਕੁਛ
ਕਰਨਾ ਚਾਹੁੰਦੀ ਆ ਹਨਾ ਆਪਣੇ ਪਿੰਡ ਲਈ, ਆਪਣੇ ਲੋਕਾਂ ਲਈ। ਤੇ ਮੈਨੂੰ ਇਹ ਸੀ ਚਲੋ ਐਕਸਪੀਰੀਅੰਸ ਹੋਵੇਗਾ ਹਨਾ ਆਉਣ ਵਾਲੇ ਸਮੇਂ ਦੇ ਲਈ, ਵੀ ਕੋਸ਼ਿਸ਼ ਤਾਂ ਕਰਕੇ ਵੇਖੀਏ, ਆਪਾਂ ਪਹਿਲਾਂ ਹੀ ਨਾ ਕਿਉਂ ਕਰਨੀ ਆ। ਤੇ ਜਦੋਂ ਮੈਨੂੰ ਮੌਕਾ ਮਿਲਿਆ ਐਂਡ ਮੈਂ ਬਸ ਅਪਲਾਈ ਕੀਤਾ। ਫਿਰ ਉਸ ਤੋਂ ਬਾਅਦ ਜਿਹੜਾ ਸੀਗਾ, ਜੋ ਚੀਜ਼ਾਂ ਮੈਂ ਬਚਪਨ ਤੋਂ ਦੇਖਦੀ ਸੀਗੀ ਕਿ ਮੇਰੇ ਪਿੰਡ ਦੇ ਵਿੱਚ ਨਹੀਂ ਹੈਗੀਆਂ, ਜਿਵੇਂ ਕਿ ਅਸੀਂ ਨਾ ਪਾਰਕ ਵਗੈਰਾ, ਆਮ ਚੀਜ਼ਾਂ ਹੀ ਹੈ ਨਾ ਬੇਸਿਕ ਹੁੰਦੀਆਂ, ਇੱਕ ਵਧੀਆ ਸਕੂਲ ਦਾ ਨਾ ਹੋਣਾ, ਤੇ ਹੋਰ ਕੂੜਾ ਵਗੈਰਾ ਜਿਵੇਂ ਲੈ ਕੇ ਜਾਂਦੇ ਆ ਸ਼ਹਿਰਾਂ ਦੇ ਵਿੱਚ, ਉਵੇਂ ਪਿੰਡਾਂ 'ਚ ਕਿਉਂ ਨਹੀਂ ਆ। ਇਹ ਚੀਜ਼ਾਂ ਦੇਖਦੇ ਹੋਏ ਮੈਨੂੰ ਸੀਗਾ ਵੀ ਨਹੀਂ ਯਾਰ, ਮੇਰੇ ਪਿੰਡ 'ਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਤੇ ਜਦੋਂ ਮੈਂ ਉਸ ਤੋਂ ਬਾਅਦ ਸਰਪੰਚ ਬਣੀ ਤਾਂ ਹੌਲੀ ਹੌਲੀ ਉਹੀ ਚੀਜ਼ਾਂ, ਉਹੀ ਪ੍ਰੋਜੈਕਟਸ ਮੇਰੇ ਕੋਲੇ ਆਉਂਦੇ ਰਹੇ। ਕਿਵੇਂ ਨਾ ਕਿਵੇਂ, ਜਿਵੇਂ ਕਦੇ ਡਿਪਾਰਟਮੈਂਟ ਵੱਲੋਂ ਫੋਨ ਆ ਗਿਆ, ਮੈਮ ਇਹ ਪ੍ਰੋਜੈਕਟ ਆਇਆ, ਤੁਸੀਂ ਕਰਨਾ ਚਾਹੋਗੇ, ਤਾਂ ਅਸੀਂ ਆਪਣੇ ਪਿੰਡ ਦੇ ਵਿੱਚ ਇਹ ਲੈ ਕੇ ਆਉਣਾ ਚਾਹੋਗੇ। ਤੇ ਮੈਂ ਕਦੇ ਨਾ ਨਹੀਂ ਕੀਤੀ। ਮੈਨੂੰ ਇਹ ਹੁੰਦਾ ਸੀ ਜੇ ਕੋਈ ਪ੍ਰੋਜੈਕਟ ਆ ਰਿਹਾ ਹੈ ਜਿੱਥੇ ਹੋਰ ਸਰਪੰਚ ਪੰਚ ਮਨਾ ਕਰ ਰਿਹਾ, ਉੱਥੇ ਪਤਾ ਹੁੰਦਾ ਸੀ ਕਿ ਵੀ ਆਹ ਪ੍ਰੋਜੈਕਟ ਹੈ ਜਿਹੜਾ, ਇਹ ਮੈਮ ਲੈਣਗੇ, ਆਪਾਂ ਇਹਨਾਂ ਨਾਲ ਗੱਲ ਕਰੀਏ। ਤੇ ਇਸੇ ਕਰਕੇ ਫਿਰ ਉਸ ਤੋਂ ਬਾਅਦ ਤੁਸੀਂ ਲਾਇਬ੍ਰੇਰੀ ਦੇਖ ਸਕਦੇ ਹੋ, ਸਕੂਲ ਦੇਖ ਸਕਦੇ ਹੋ, ਤੁਸੀਂ ਸੋਲਿਡ ਵੇਸਟ ਦਾ ਜਿਹੜਾ ਪ੍ਰੋਜੈਕਟ ਸੀ ਉਹ ਦੇਖ ਸਕਦੇ ਹੋ, ਔਰ ਪਲਾਸਟਿਕ ਦਾ ਸਾਡੇ ਪਿੰਡ ਸ਼ੁਰੂ ਹੋ ਚੁੱਕਿਆ ਹੈ ਵੇਸਟ ਮੈਨੇਜਮੈਂਟ ਦਾ ਪ੍ਰੋਜੈਕਟ। ਤਾਂ ਇਹ ਉਹ ਪ੍ਰੋਜੈਕਟ ਨੇ ਜਿਹੜੇ ਆਮ ਸੋਚੇ ਵੀ ਨਹੀਂ ਜਾਂਦੇ, ਤੇ ਜਿਹੜੇ ਮਤਲਬ ਕੰਸੀਡਰ ਨਹੀਂ ਕੀਤੇ ਜਾਂਦੇ ਵੀ ਇਹ ਹੋਣੇ ਚਾਹੀਦੇ ਆ। ਛੋਟੀ ਜਿਹੀ ਉਮਰ ਸੀ, ਕੋਈ ਬਹੁਤੀ ਵੱਡੀ ਉਮਰ ਨਹੀਂ ਸੀ ਜਦੋਂ ਸਰਪੰਚੀ ਦੇ ਵਿੱਚ ਆਏ ਹੋ। ਕਿਉਂਕਿ ਜੇ ਖਾਸ ਤੌਰ 'ਤੇ ਪੰਜਾਬ ਦੇ ਮੈਂ ਪਿੰਡਾਂ ਦੀ ਗੱਲ ਕਰ ਲਵਾਂ, ਇੱਥੇ ਜੇ ਸਰਪੰਚ ਇੱਕ ਜਨਾਨੀ ਨੂੰ ਬਣਾ ਵੀ ਦਿੱਤਾ ਜਾਂਦਾ ਤਾਂ ਸਰਪੰਚੀ ਮਰਦ ਦੇ ਵੱਲੋਂ ਕੀਤੀ ਜਾਂਦੀ, ਉਹਨੂੰ ਬਹੁਤ ਘੱਟ ਮੌਕੇ ਦਿੱਤੇ ਜਾਂਦੇ ਨੇ ਕਿ ਉਹ ਇੱਕ ਇਕੱਠ ਦੇ ਵਿੱਚ ਜਾਵੇ, ਉੱਥੇ ਆਪਣੀ ਗੱਲ ਰੱਖੇ। ਤਾਂ ਤੁਹਾਡੇ ਲਈ ਇਹ ਸਫ਼ਰ ਕਿੰਨਾ ਕੁ ਸੌਖਾ ਰਿਹਾ? ਸਰਪੰਚੀ ਤੁਸੀਂ ਖੁਦ ਨੇ ਕੀਤੀ, ਜਾਂ ਫਿਰ ਇਹੀ ਹੁੰਦਾ ਕਿ ਕਦੇ ਤੁਹਾਡੇ ਡੈਡੀ ਹੁਣਿਆਂ ਨੇ ਕਿਹਾ ਹੋਵੇ ਵੀ ਨਹੀਂ ਮੈਂ ਫਲਾਣੇ ਜਿਹੜੇ ਕੰਮ 'ਚ ਮੈਂ ਜਾਂਦਾ, ਜਾਂ ਫਿਰ ਉੱਥੇ ਸ਼ਸ਼ਨਦੀਪ ਕੌਰ ਹੁਣੀ ਹੀ ਇੱਕ ਸਰਪੰਚ ਦੇ ਤੌਰ 'ਤੇ ਵਿਚਰਦੇ ਰਹੇ? ਸੋ ਇਹ ਜਦੋਂ ਇਲੈਕਸ਼ਨਸ ਦਾ ਹੀ ਉਹ ਸਮਾਂ ਸੀ ਨਾ, ਜਦੋਂ ਮੈਂ ਡਿਸੀਜਨ ਲੈਤਾ ਸੀ, ਮੈਂ ਉਦੋਂ ਹੀ ਡੈਡੀ ਨਾਲ ਇਹ ਗੱਲ ਕਰ ਲਈ ਸੀ। ਮੈਂ ਕਿਹਾ ਡੈਡ, ਕੱਲ ਨੂੰ ਇਹ ਨਾ ਹੋਵੇ ਤੁਸੀਂ ਮੈਨੂੰ ਇਹ ਕਹੋ ਕਿ ਨਹੀਂ ਇੱਥੇ ਤੂੰ ਨਹੀਂ ਜਾਣਾ, ਇੱਥੇ ਬੰਦਿਆਂ 'ਚ ਨਹੀਂ ਜਾਣਾ, ਜਾਂ ਇੱਥੇ ਤੂੰ ਨਹੀਂ ਗੱਲ ਕਰਨੀ, ਜਾਂ ਇਹ ਨਹੀਂ ਕਰਨਾ। ਮੈਂ ਕਿਹਾ ਮੈਨੂੰ ਰੋਕਿਓ ਨਾ ਫਿਰ ਤੁਸੀਂ ਵੀ, ਮੈਂ ਖੁਦ ਇਹ ਚੀਜ਼ ਨੂੰ ਉਹ ਕਰਦੀ ਹਾਂ। ਤੇ ਪਰ ਉਹਨਾਂ ਨੇ ਸੀਰੀਅਸਲੀ 1.5-2 ਸਾਲ ਤਾਂ ਉਹ ਪਿੰਡ ਆਏ ਨਹੀਂ, ਮਤਲਬ ਆਉਂਦੇ ਸੀ ਚੱਲ ਜਾਂਦੇ ਸੀ, ਕਿਉਂਕਿ ਸਾਡਾ ਕਾਰੋਬਾਰ ਜੈਪੁਰ ਸਾਈਡ ਹੈ, ਤਾਂ ਉਹ ਉੱਧਰ ਹੀ ਰਹਿੰਦੇ ਸੀਗੇ। ਤਾਂ ਉਦੋਂ ਮੈਂ ਇਕੱਲੀ ਨੇ ਦੇਖਣਾ, ਤੇ ਮੈਂ ਉਦੋਂ ਡੈਡੀ ਨੂੰ ਕਿਹਾ ਕਰਨਾ, ਮੈਂ ਕਿਹਾ ਡੈਡੀ ਮੈਨੂੰ ਐਂ ਇੱਕ ਲੱਗਦਾ ਵੀ ਤੁਸੀਂ ਨਾ ਇੱਕ ਜੰਗ ਦੇ ਮੈਦਾਨ 'ਚ ਮੈਨੂੰ ਇਕੱਲੀ ਨੂੰ ਹੀ ਛੱਡ ਗਏ। ਤੇ ਪਰ ਮੈਂ ਉੱਥੋਂ ਸਿੱਖਿਆ ਬਹੁਤ ਕੁਝ। ਫਿਰ ਉਸ ਤੋਂ ਬਾਅਦ ਮੈਨੂੰ ਪੰਚਾਇਤ ਸੈਕਟਰੀ ਵਧੀਆ ਮਿਲ ਗਏ, ਜਿਨ੍ਹਾਂ ਦੇ ਨਾਲ ਰਲ ਕੇ ਇੰਨਾ ਸੋਹਣਾ ਕੰਮ ਹੋ ਸਕਿਆ। ਠੀਕ ਹੈ, ਡਿਪਾਰਟਮੈਂਟ ਨੇ ਸਹਿਯੋਗ ਕੀਤਾ। ਤੇ ਫਿਰ ਕਦੇ ਇਹ ਹੁੰਦਾ ਸੀ ਵੀ ਚਲੋ ਮੇਰੇ ਤੋਂ ਜੇ ਨਹੀਂ ਜਾਇਆ ਜਾਂਦਾ, ਮੈਂ ਆਪ ਖੁਦ ਕਹਿੰਦੀ ਸੀ ਪਾਪਾ ਆਹ ਕੰਮ ਹੈ, ਤੁਸੀਂ ਉੱਥੇ ਜਾ ਕੇ ਇੱਦਾਂ ਕਰੇ ਆਇਓ। ਇਹ ਨਹੀਂ ਹੁੰਦਾ ਸੀ ਵੀ ਡੈਡੀ ਨੇ ਜਾਂ ਮੇਰੇ ਘਰਦਿਆਂ ਨੇ ਕਿਸੇ ਨੇ ਕਿਹਾ ਹੋਵੇ ਵੀ ਤੂੰ ਕੁੜੀ ਹੈ ਤਾਂ ਕਰਕੇ ਤੂੰ ਇਹ ਨਹੀਂ ਕੰਮ ਕਰਨਾ, ਇਹ ਗੱਲ ਕਦੇ ਨਹੀਂ ਕਹੀ। ਈਵਨ ਜੇ ਕਿਤੇ ਲੈ ਕੇ ਵੀ ਜਾਣਾ, ਜੇ ਕਿਤੇ ਲੈਕਚਰ ਦੇਣੇ ਆ, ਜਾਂ ਮੈਂ ਇੱਥੇ ਅੱਜ ਬੋਲ ਰਹੀ ਹਾਂ, ਇਹਦੇ ਪਿੱਛੇ ਮੇਰੇ ਡੈਡੀ ਨੇ, ਉਹਨਾਂ ਨੇ ਮੈਨੂੰ ਧੱਕੇ ਨਾਲ ਸਟੇਜ ਤੇ ਚੜਾਇਆ। ਮੈਨੂੰ ਤਾਂ ਧੱਕੇ ਨਾਲ ਹੀ, ਮੈਂ ਕਹਿੰਦੀ ਸੀ ਨਹੀਂ ਡੈਡੀ ਮੇਰੇ ਤੋਂ ਨਹੀਂ ਹੋਣਾ, ਨਹੀਂ ਡੈਡੀ ਨਹੀਂ ਹੋਣਾ। ਉਹ ਡੈਡੀ ਮੈਨੂੰ ਡਾਂਗ ਨਾਲ ਮੇਰੇ ਤੋਂ ਚੀਜ਼ਾਂ ਕਰਵਾਈਆਂ, ਕਿਉਂਕਿ ਉਹ ਚਾਹੁੰਦੇ ਸੀ ਕਿ ਮੇਰੀ ਕੁੜੀ ਬੋਲੇ, ਮੇਰੀ ਕੁੜੀ ਅੱਗੇ ਜਾਵੇ। ਤਾਂ ਉਹਨਾਂ ਨੇ ਮੈਨੂੰ ਕਦੇ ਰੋਕਿਆ ਨਹੀਂ, ਖੁੱਲਾ ਮੈਦਾਨ ਦਿੱਤਾ। ਤਾਂ ਜਿਵੇਂ ਇੱਕ ਤੁਸੀਂ ਕਾਰੋਬਾਰ ਦੀ ਗੱਲ ਕੀਤੀ ਆ, ਜੈਪੁਰ ਕਾਰੋਬਾਰ ਹੈ ਖਾਸ ਤੌਰ 'ਤੇ, ਜਿੱਥੇ ਆਪਾਂ ਅੱਜ ਬੈਠੇ ਹਾਂ, ਬਠਿੰਡਾ ਜ਼ਿਲ੍ਹਾ ਜਾਂ ਮਾਨਸਾ ਜ਼ਿਲ੍ਹੇ, ਇਹਨਾਂ ਪਿੰਡਾਂ ਦੇ ਲੋਕ ਨੇ ਜਿਹੜੇ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਅੱਜ ਵੀ ਉਸ ਤਰ੍ਹਾਂ ਤਰਸ ਰਹੇ ਨੇ, ਜਾਂ ਉਹਨਾਂ ਨੂੰ ਲੱਗਦਾ ਹੈ ਕਿ ਵੱਡੇ ਸ਼ਹਿਰ ਨੇ ਜਿਹੜੇ ਉੱਥੇ ਵੱਡੀਆਂ ਖੁਸ਼ੀਆਂ ਨੇ। ਪਰ ਜੈਪੁਰ ਸਾਈਡ ਕਾਰੋਬਾਰ ਆ, ਬਠਿੰਡੇ ਵੀ ਤੁਹਾਡੀ ਰਿਹਾਇਸ਼ ਆ, ਪਰ ਫਿਰ ਵੀ ਇਸ ਪਿੰਡ ਦੇ ਵਿੱਚ ਸਰਪੰਚੀ ਕਰਨਾ ਤਾਂ ਵੱਡੀ ਗੱਲ ਆ। ਕਿਉਂਕਿ ਅੱਜ ਕੱਲ੍ਹ ਤਾਂ ਇਹ ਵੀ ਹੁੰਦਾ ਕਿ ਯਾਰ ਅਸੀਂ ਪਿੰਡ ਦੇ ਵਿੱਚ ਨਹੀਂ ਰਹਿਣਾ, ਜੇ ਸਾਡਾ ਕਾਰੋਬਾਰ ਬਾਹਰ ਹੈ ਤਾਂ ਅਸੀਂ ਇੱਕ ਸ਼ਹਿਰ ਦੇ ਵਿੱਚ ਰੁਕਣਾ। ਚੰਡੀਗੜ੍ਹ ਵੀ ਪੜ੍ਹੇ ਹੋ, ਤਾਂ ਇਹ ਸਾਰੀਆਂ ਗੱਲਾਂ ਕਿਵੇਂ ਹੋਈਆਂ ਕਿ ਇੱਕ ਪਿੰਡ ਦੀ ਸਰਪੰਚੀ ਨੂੰ ਮਨ ਕੀਤਾ? ਅਸਲ 'ਚ ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਕਿ ਮੈਂ ਪਿੰਡ ਨਾ ਆਵਾਂ, ਪਰ ਪਤਾ ਨਹੀਂ ਕਿਉਂ ਮੇਰਾ ਦਿਲ ਹੀ ਇੱਥੇ ਆ। ਮੈਂ ਇਸ ਪਿੰਡ ਨਾਲੋਂ ਟੁੱਟ ਨਹੀਂ ਸਕਦੀ। ਮੈਂ ਬਹੁਤ ਕੋਸ਼ਿਸ਼ ਕੀਤੀ, ਮੈਨੂੰ ਮਤਲਬ ਮੈਂ ਕਈ ਵਾਰੀ ਗੁੱਸੇ ਹੋ ਕੇ ਵੀ ਗਈ, ਮੈਂ ਕਿਹਾ ਮੈਂ ਪਿੰਡ ਨਹੀਂ ਆਉਣਾ, ਪਰ ਮੈਂ ਵਾਪਸ ਇੱਥੇ ਆ ਜਾਂਦੀ ਹਾਂ। ਇੱਥੇ ਨਾ ਮੈਨੂੰ ਐਂ ਲੱਗਦਾ ਕੋਈ ਇਹੋ ਜਿਹੀ ਚੀਜ਼ ਹੈ ਇੱਥੇ, ਕਾਇਨਾਤ ਹੀ ਇਹੋ ਜਿਹੀ ਆ ਜਿਹੜੀ ਮੈਨੂੰ ਵਾਪਸ ਬੁਲਾ ਲੈਂਦੀ ਆ। ਮਤਲਬ ਇਹ ਬਹੁਤ ਮੈਨੂੰ ਇਸ ਹਵਾ ਨਾਲ ਹੀ, ਇਸ ਜਗ੍ਹਾ ਨਾਲ ਹੀ, ਇੱਥੇ ਜਿਹੜਾ ਸ਼ਾਂਤ ਮਾਹੌਲ ਹੈ, ਇਹ ਮੈਂ ਬਚਪਨ ਤੋਂ ਇੱਥੇ ਰਹੀ ਹਾਂ, ਤੇ ਮੈਂ ਕਿਵੇਂ ਟੁੱਟ ਸਕਦੀ ਹਾਂ? ਤੇ ਜਦੋਂ ਇੱਥੇ ਲੋੜ ਹੈ ਇੱਥੋਂ ਦੇ ਲੋਕਾਂ ਨੂੰ, ਜਦੋਂ ਮੈਨੂੰ ਹੁਣ ਕੰਪੇਅਰ ਕਰੀਦਾ ਇੱਕ ਪਿੰਡ ਨੂੰ ਤੇ ਸ਼ਹਿਰ ਨਾਲ, ਤਾਂ ਫਿਰ ਮੈਨੂੰ ਲੱਗਦਾ ਵੀ ਯਾਰ ਨਹੀਂ, ਆਹ ਚੀਜ਼ਾਂ ਹੋਣੀਆਂ ਚਾਹੀਦੀਆਂ। ਮੇਰੇ ਪਿੰਡ ਅੱਗੇ ਹੀ ਵਧਣਾ ਚਾਹੀਦਾ। ਮੈਂ ਜਿੰਨਾ ਮਤਲਬ ਮੈਂ ਇਸ ਪਿੰਡ ਨੂੰ ਪਿਆਰ ਕਰਦੀ ਹਾਂ, ਮਾਣਕ ਖਾਨੇ ਨੂੰ, ਮੈਨੂੰ ਨਹੀਂ ਲੱਗਦਾ ਮੈਂ ਕਿਸੇ ਸ਼ਹਿਰ ਨੂੰ ਜਾਂ ਕਿਸੇ ਹੋਰ ਜਗ੍ਹਾ ਨੂੰ ਕਰ ਸਕਦੀ ਹਾਂ। ਜਦੋਂ ਮੇਰਾ ਮਨ ਉਦਾਸ ਹੁੰਦਾ ਜਾਂ ਮੇਰਾ ਦਿਲ ਕਰਦਾ, ਤਾਂ ਮੈਂ ਇੱਥੇ ਹੀ ਆਉਣੀ ਆ, ਕਿਉਂਕਿ ਇੱਥੇ ਕੁਦਰਤ ਵਸਦੀ ਆ, ਤੇ ਮੈਨੂੰ ਕੁਦਰਤ ਨਾਲ ਸੱਚੀ ਬਹੁਤ ਪਿਆਰ ਆ, ਬਹੁਤ ਜ਼ਿਆਦਾ। ਜਿਵੇਂ ਤੁਸੀਂ, ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਤੁਹਾਡਾ, ਤਾਂ ਤੁਸੀਂ ਉਹਦੇ 'ਚ ਗੱਲ ਕਰ ਰਹੇ ਸੀ ਕਿ ਸਾਡਾ ਉਹ ਪਿੰਡ ਹੈ ਥੋੜ੍ਹੀ ਜਿਹੀ ਆਬਾਦੀ ਹੈ ਇਸ ਪਿੰਡ ਦੀ, ਥੋੜ੍ਹੇ ਜਿਹੇ ਵੋਟਰ ਨੇ, ਉਹਨਾਂ ਦੇ ਵਿੱਚੋਂ ਇੱਕ ਤੁਸੀਂ ਵੋਟਰ ਹੋ,
ਜਿਨ੍ਹਾਂ ਨੇ ਇਸ ਪਿੰਡ ਨੂੰ ਸੋਹਣਾ ਬਣਾਉਣ ਦਾ ਇੱਕ ਕਾਰਜ ਆਰੰਭਿਆ ਤੇ ਜਿਹੜਾ 4 ਸਾਲਾਂ ਤੋਂ ਲਗਾਤਾਰ ਚੱਲ ਰਿਹਾ। ਤਾਂ ਉਸ ਦੇ ਵਿੱਚ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਸਾਡੇ ਪਿੰਡ ਦਾ ਨਾਮ ਤਾਂ ਇੱਕ ਬੱਸ ਵਾਲੀ ਟਿਕਟ ਦੇ ਉੱਪਰ ਨਹੀਂ ਹੁੰਦਾ ਸੀ, ਪਰ ਅੱਜ ਕੱਲ੍ਹ ਜਦੋਂ ਮਾਨਖਾਨੇ ਦੀ ਗੱਲ ਹੁੰਦੀ ਹੈ ਤਾਂ ਤੁਹਾਡਾ ਨਾਮ ਨਾਲ ਜੁੜਦਾ, ਸ਼ਸ਼ਨਦੀਪ ਕੌਰ ਹੋਣਿਆਂ ਦਾ ਨਾਮ ਨਾਲ ਜੁੜਦਾ ਹੈ। ਤਾਂ ਉਹ ਸਾਰਾ ਕੁਝ ਕਿਵੇਂ ਹੋਇਆ? ਜਦੋਂ ਮਤਲਬ ਮੈਂ ਸਰਪੰਚ ਬਣੀ ਨਾ, ਤਾਂ ਇਹ ਖਬਰਾਂ ਲੱਗਣ ਲੱਗੀਆਂ ਹਨਾ ਕਿ ਇੱਕ ਛੋਟੀ ਉਮਰ ਦੀ ਕੁੜੀ ਸਰਪੰਚ ਬਣੀ ਆ, ਫਿਰ ਨੈਸ਼ਨਲ ਅਵਾਰਡਸ ਮਿਲੇ, ਫਿਰ ਉਦੋਂ ਖਬਰਾਂ ਲੱਗੀਆਂ। ਤੇ ਜਦੋਂ ਬਾਹਰਲੇ ਲੋਕਾਂ ਨੂੰ ਪਤਾ ਲੱਗਿਆ ਕਿ ਮਾਨਕਖਾਨਾ ਇੱਕ ਪਿੰਡ ਆ, ਉੱਥੇ ਇੱਕ ਕੁੜੀ ਸਰਪੰਚ ਬਣੀ ਆ, ਤਾਂ ਮਤਲਬ ਸਾਡੇ ਆਮ ਜਿਹੜੇ ਲੋਕ ਹੁੰਦੇ ਆ ਨਾ, ਬਜ਼ੁਰਗ, ਉਹ ਬੜੇ ਖੁਸ਼ ਹੋ ਕੇ ਇਹ ਗੱਲ ਕਹਿੰਦੇ ਹੁੰਦੇ ਸੀ ਤੇ ਬੜੇ ਮਾਣ ਨਾਲ ਹੀ ਕਹਿੰਦੇ ਵੀ ਆਪਣੇ ਪਿੰਡ ਦਾ ਨਾਮ ਤਾਂ ਨਾ ਉਦੋਂ ਟਿਕਟਾਂ ਤੇ ਵੀ ਨਹੀਂ ਆਉਂਦਾ ਸੀਗਾ, ਵੀ ਮਾਨਕ ਜਾਣਾ ਹੈ ਤਾਂ ਟਿਕਟ ਤੇ ਵੀ ਨਹੀਂ ਹੁੰਦਾ ਸੀ, ਵੀ ਅਗਲਾ ਟਿਕ ਲਾ ਦੇ, ਵੀ ਕੰਡਕਟਰ ਵੀ ਭਾਈ ਹਾਂ ਪਿੰਡ ਦੀ ਟਿਕਟ ਕੱਟੀ ਜਾਣੀ ਹੈ। ਤੇ ਵੀ ਹੁਣ ਲੋਕ ਵੀ ਬਾਹਰ ਤੱਕ ਵੀ ਜਾਣਦੇ ਆ ਵੀ ਆ ਫਲਾਨਾ ਪਿੰਡ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ। ਤਾਂ ਉਹ ਜਿਹੜਾ ਇਹ ਸਫ਼ਰ ਹੈ, ਇਹ ਮੈਨੂੰ ਲੱਗਦਾ ਇਹਨਾਂ ਪਿੰਡ ਦੇ ਲੋਕਾਂ ਕਰਕੇ, ਮੇਰੇ ਘਰਦਿਆਂ ਕਰਕੇ ਹੀ ਇੱਥੋਂ ਤੱਕ ਪਹੁੰਚਿਆ। ਜਿਵੇਂ ਹੁਣ ਤੁਸੀਂ ਅਵਾਰਡ ਦੀ ਗੱਲ ਕੀਤੀ, ਹੁਣ ਤੱਕ ਜਿਹੜੇ ਪੰਚਾਇਤ ਦੀ ਝੋਲੀ, ਤੁਹਾਡੀ ਝੋਲੀ, ਪੂਰੇ ਪਿੰਡ ਦੀ ਝੋਲੀ, 3 ਅਵਾਰਡ ਜਿਹੜੇ ਨੇ ਪਏ ਨੇ। ਅੱਜ ਕੱਲ੍ਹ ਦੀ ਜਿਹੜੀ ਜਿੰਨੀ ਕੁ ਤੁਹਾਡੀ ਉਮਰ ਜਦੋਂ ਤੁਸੀਂ ਸਰਪੰਚ ਬਣੇ, ਉਦੋਂ ਇੱਕ ਖੁਸ਼ੀ ਹੁੰਦੀ ਹੈ ਕਿ ਮੇਰੀ ਆਫਰ ਲੈਟਰ ਆ ਗਈ ਹੈ, ਮੈਂ ਫਲਾਨੇ ਮੁਲਕ ਦੇ ਵਿੱਚ ਜਾਣਾ, ਕੈਨੇਡਾ ਦਾ ਵੀਜ਼ਾ ਆ ਗਿਆ, ਮੈਨੂੰ ਇੰਨੇ ਬੈਂਡ ਆ ਗਿਆ। ਤੇ ਪਰ ਜਦੋਂ ਤੁਹਾਡਾ ਅਵਾਰਡ ਮਿਲਦੇ ਨੇ, ਤੁਹਾਨੂੰ ਮਤਲਬ ਅਵਾਰਡ ਲੈਣ ਦੀ ਖੁਸ਼ੀ ਸੀ ਜਾਂ ਫਿਰ ਵਿਦੇਸ਼ ਵਾਲਾ ਵੀ ਕਦੇ ਮਨ ਕੀਤਾ ਕਿ ਨਹੀਂ ਉਸ ਤਰ੍ਹਾਂ ਦਾ? ਮੈਨੂੰ ਹੁਣ ਵੀ ਨਾ, ਮੇਰੀ ਸਹੇਲੀ ਦਾ ਵਿਆਹ ਸੀਗਾ, ਉਹ ਕੈਨੇਡਾ, ਉਹਨੂੰ PR ਹੋ ਗਈ, ਉਹਦਾ ਵਿਆਹ ਹੋ ਗਿਆ। ਉਹ ਮੈਨੂੰ ਅੱਜ ਵੀ ਕਹਿੰਦੀ ਹੈ, ਸੈਸ਼ਨ ਤੂੰ ਕੋਈ ਆਪਦਾ B ਪਲਾਨ ਕਿਉਂ ਨਹੀਂ ਰੱਖਦੀ, ਵੀ ਤੈਨੂੰ B ਪਲਾਨ ਹੋਣਾ ਚਾਹੀਦਾ, ਤੂੰ PR ਲਈ ਅਪਲਾਈ ਕਰ। ਉਹ ਉਦੋਂ ਤੋਂ ਹੀ ਮੈਨੂੰ ਕਹਿੰਦੀ ਹੈ। ਮੇਰੇ ਘਰ ਦੇ ਵੀ ਮੈਨੂੰ ਕਹਿੰਦੇ ਆ ਕਿ ਵੀ ਦੇਖ ਲੈ, ਤੂੰ ਬਾਹਰ ਚਲੇ ਜਾ, ਉੱਥੇ ਸੈਟਲ ਹੋ ਜਾ, ਵੀ ਆਰਾਮ ਨਾਲ ਹੋ ਜਾਏਗੀ, ਤੈਨੂੰ ਕੀ ਪ੍ਰੋਬਲਮ ਆ। ਪਰ ਮੈਂ ਉਹੀ ਤੁਹਾਨੂੰ ਕਿਹਾ ਨਾ, ਵੀ ਮੇਰਾ ਦਿਲ ਹੀ ਨਹੀਂ ਮੰਨਦਾ ਹੈਗਾ। ਮੈਨੂੰ ਪਤਾ ਨਹੀਂ ਕਿਵੇਂ ਕਿਸੇ ਨੂੰ ਲੱਗੂਗਾ ਵੀ ਐਵੇਂ ਲੱਗਿੰਦਾ, ਪਰ ਮੈਨੂੰ ਆ ਜਿਹੜੀ ਹਵਾ ਹੈ ਨਾ, ਮੈਨੂੰ ਆ ਕੁਦਰਤ ਹੈ, ਇਸ ਨਾਲ ਬਹੁਤ ਜ਼ਿਆਦਾ ਪਿਆਰ ਆ, ਬਹੁਤ ਜ਼ਿਆਦਾ। ਮਤਲਬ ਇਹ ਕੋਈ ਉਹ ਨਹੀਂ ਹੈ, ਮੈਂ ਛੱਡ ਹੀ ਨਹੀਂ ਸਕਦੀ। ਮੈਂ ਕਿਤੇ ਵੀ ਜਾਂਦੀ ਹਾਂ ਤਾਂ ਮੈਨੂੰ ਫਿਰ ਯਾਦ ਆਉਂਦੀ ਹੈ ਇਸ ਘਰ ਦੀ, ਇਸ ਪਿੰਡ ਦੀ, ਤੇ ਮੈਂ ਇੱਥੇ ਆ ਜਾਂਦੀ ਹਾਂ। ਤੇ ਇਸ ਕਰਕੇ ਫਿਰ ਮੈਂ ਪਿੰਡ ਬਾਰੇ ਸੋਚਿਆ, ਤੇ ਮੈਂ ਇਹੀ ਅੱਗੇ ਵੀ ਜੇ ਸੋਚਦੀ ਆਉਣ ਵਾਲੇ ਸਮੇਂ 'ਚ, ਤਾਂ ਮੈਂ ਹੋਰ ਵੀ ਕਿੱਦਾਂ ਇਸ ਪਿੰਡ ਨੂੰ ਅੱਗੇ ਲੈ ਕੇ ਜਾਣਾ, ਮੈਂ ਇਸ ਤੇ ਸੋਚਦੀ ਹਾਂ। ਚਾਹੇ ਮੈਂ ਸਰਪੰਚ ਨਾ ਹੋਵਾਂ ਤੇ ਚਾਹੇ ਹੋਵਾਂ, ਕੋਈ ਉਹ ਇਸ਼ੂ ਨਹੀਂ ਹੈ। ਇੱਕ ਛੋਟੀ ਜੀ ਜਿਹੜਾ ਗੱਲਬਾਤ ਕਰਾਂਗੇ, ਭਾਵੇਂ ਕਿ ਅੱਜ ਸਰਪੰਚੀ ਦੀਆਂ ਗੱਲਾਂ, ਇਸ ਪਿੰਡ ਦੀਆਂ ਗੱਲਾਂ, ਪ੍ਰਵਾਸ ਜਦੋਂ ਹੁੰਦਾ ਹੈ, ਥੋੜੇ ਸ਼ਬਦਾਂ ਦੇ ਵਿੱਚ ਜਿਹੜੇ ਨੌਜਵਾਨ ਅੱਜ ਵੱਡੀ ਪੱਧਰ ਤੇ ਕੈਨੇਡਾ, ਅਮਰੀਕਾ, ਹੋਰ ਮੁਲਕਾਂ ਦੇ ਵਿੱਚ ਜਾ ਰਹੇ ਨੇ, ਤੁਹਾਨੂੰ ਲੱਗਦਾ ਹੈ ਕਿ ਜੇ ਇਸ ਮਿੱਟੀ ਦੇ ਨਾਲ ਜੁੜ ਕੇ ਵੀ ਉਨੀ ਮਿਹਨਤ ਕਰਦੇ ਨੇ, ਜਾਂ ਇਸ ਮੁਲਕ ਦੇ ਵਿੱਚ ਰਹਿੰਦੇ ਹੋਏ ਵੀ ਉਹ ਮਿਹਨਤ ਕਰਦੇ ਨੇ, ਇੱਥੇ ਵੀ ਉਹ ਜਿਹੜਾ ਹੈਗਾ ਸਭ ਕੁਝ ਕਰ ਸਕਦੇ ਨੇ ਜਿਹੜਾ ਉਹ ਕੈਨੇਡਾ, ਅਮਰੀਕਾ ਜਾ ਕੇ ਕਰਨਾ ਚਾਹੁੰਦੇ ਨੇ? ਹਾਂਜੀ, ਬਿਲਕੁਲ ਕਰ ਸਕਦੇ ਨੇ ਜੇ ਉਹ ਕਰਨਾ ਚਾਹੁਣ, ਪਹਿਲੀ ਗੱਲ ਤਾਂ। ਤੇ ਦੂਜੀ ਗੱਲ, ਜੇ ਉਹਨਾਂ ਦੇ ਘਰ ਦੇ ਵੀ ਸਾਥ ਦੇਣ, ਤੇ ਤੀਜੀ ਗੱਲ, ਜੇ ਸਾਡੀਆਂ ਸਰਕਾਰਾਂ, ਸਾਡੇ ਡਿਪਾਰਟਮੈਂਟ ਵੀ ਸਾਥ ਦੇਣ। ਸੋ ਇਹ ਜਿਹੜਾ ਚੀਜ਼ਾਂ ਨੇ, ਇਹ ਇੱਕ ਫੈਕਟਰ ਨਹੀਂ ਹੈ। ਇਹ ਲੋਕ ਬਾਹਰ ਕਿਉਂ ਜਾ ਰਹੇ ਆ, ਉਹਦੇ ਵਿੱਚ ਕਈ ਕਾਰਨ ਨੇ। ਸਭ ਤੋਂ ਪਹਿਲਾਂ ਤਾਂ ਮੈਂ ਦੇਖਦੀ ਹਾਂ ਵੀ ਜਿਵੇਂ ਸਾਡੀ ਉਮਰ ਦੇ ਜਿਹੜੇ ਬੱਚੇ ਆ, ਉਹ ਕਹਿੰਦੇ ਵੀ ਸਾਨੂੰ ਆਜ਼ਾਦੀ ਮਿਲਦੀ ਹੈ, ਇੱਥੇ ਮਾਂ ਪਿਓ ਰੋਕਦੇ ਆ, ਠੀਕ ਹੈ ਜੀ। ਦੂਜੀ ਚੀਜ਼, ਉੱਧਰ ਸਿਸਟਮ ਵਧੀਆ, ਕਿ ਬਹੁਤ ਵਧੀਆ ਆਪਣੇ ਨਾਲੋਂ। ਆਪਣੇ ਤਾਂ ਇੱਥੇ ਜਿਵੇਂ ਕੋਈ ਕਿਸੇ ਦਾ ਫੋਨ ਚੋਰੀ ਹੋ ਜਾਏ ਤਾਂ ਕਾਰਵਾਈ ਨਹੀਂ ਹੁੰਦੀ, ਤਾਂ ਉੱਥੇ ਨਾਲ ਦੀ ਨਾਲ ਕਾਰਵਾਈਆਂ ਹੁੰਦੀਆਂ, ਠੀਕ ਹੈ। ਇੱਥੇ ਕਿਸੇ ਨਾਲ ਕੁਝ ਗਲਤ ਹੁੰਦਾ ਤਾਂ ਕਾਰਵਾਈ ਨਹੀਂ ਹੁੰਦੀ, ਬਹੁਤ ਟਾਈਮ ਲੱਗ ਜਾਂਦਾ, ਤੇ ਉੱਧਰ ਹੋ ਜਾਂਦੀਆਂ। ਤੁਹਾਨੂੰ ਲੱਗਦਾ ਕਿ ਇੱਕ ਸਿਸਟਮ ਨੂੰ ਜੇ ਇੱਥੋਂ ਦੀਆਂ ਸਰਕਾਰਾਂ ਉਸ ਤਰ੍ਹਾਂ ਦਾ ਬਣਾ ਦਿੰਦੀਆਂ ਨੇ, ਤਾਂ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਬਾਹਰ ਜਾਣਾ ਨਹੀਂ ਪਸੰਦ ਕਰਨਗੇ? ਹਾਂਜੀ, ਬਿਲਕੁਲ। ਮੈਨੂੰ ਨਹੀਂ ਲੱਗਦਾ ਕੋਈ ਆਪਦੇ ਮਾਪਿਓ ਨੂੰ ਛੱਡ ਕੇ ਜਾਣਾ, ਆਪਦੇ ਪਿੰਡ ਨੂੰ ਛੱਡ ਕੇ ਜਾਣਾ, ਕਿਉਂਕਿ ਮੈਨੂੰ ਇਹ ਲੱਗਦਾ ਜਿੰਨਾ ਮੈਂ ਆਪਦੇ ਪਿੰਡ ਨੂੰ ਪਿਆਰ ਕਰਦੀ ਹਾਂ, ਸਾਰੇ ਹੀ ਕਰਦੇ ਆ, ਠੀਕ ਹੈ। ਕੋਈ ਨਹੀਂ ਹੁੰਦਾ, ਕੋਈ ਵੀ ਘਰ ਛੱਡ ਕੇ ਜਾਣਾ ਨਹੀਂ ਚਾਹੁੰਦਾ, ਮਜਬੂਰੀ ਹੈ ਤਾਂ ਜਾ ਰਹੇ ਆ। ਹਰੇਕ ਕੋਈ ਚਾਹੁੰਦਾ ਸੀ ਵਧੀਆ ਲਾਈਫ ਸਟਾਈਲ ਹੋਵੇ ਸਾਡਾ, ਸਾਡੇ ਕੋਲ ਆਹ ਚੀਜ਼ਾਂ ਹੋਣ, ਠੀਕ ਹੈ, ਸਾਡੀ ਨੌਕਰੀ ਵਧੀਆ ਹੋਵੇ, ਆਉਣ ਵਾਲਾ ਸਾਡਾ ਪਰਿਵਾਰ ਵਧੀਆ ਹੋਵੇ, ਤਾਂ ਉਹ ਚੀਜ਼ਾਂ ਦੀ ਚਾਹ 'ਚ ਹੀ ਬਾਹਰ ਜਾਂਦੇ ਆ। ਜੇ ਉਹ ਚੀਜ਼ਾਂ ਉਹਨਾਂ ਨੂੰ ਇੱਥੇ ਮਿਲਣ ਲੱਗ ਜਾਣਗੀਆਂ, ਉਹ ਸਿਸਟਮ ਇੱਥੇ ਮਿਲਣ ਲੱਗ ਜੂ, ਸਿਕਿਉਰਿਟੀ ਇੱਥੇ ਹੋ ਜੂ, ਚਾਹੇ ਉਹ ਫਾਈਨੈਂਸ਼ੀਅਲ ਸਿਕਿਉਰਿਟੀ ਹੈ, ਚਾਹੇ ਉਹਨਾਂ ਦੀ ਦੂਜੀ ਸਿਕਿਉਰਿਟੀ ਹੈ, ਪਰਸਨਲ ਸਿਕਿਉਰਿਟੀ ਹੈ, ਕਮਿਊਨਿਟੀ ਦੀ ਸਿਕਿਉਰਿਟੀ ਹੈ, ਜੇ ਇੱਥੇ ਮਿਲਣ ਲੱਗ ਜੂ ਤਾਂ ਬਾਹਰ ਕੀ ਕਰਨ ਜਾਣਾ। ਖਾਸ ਤੌਰ ਤੇ ਨਾ ਇਹ ਹੁੰਦਾ ਹੈ, ਜਿੱਥੇ ਆਪਾਂ ਮਾਲਵੇ ਦੇ ਪਿੰਡਾਂ ਦੀ ਗੱਲ ਕਰ ਲਈਏ, ਜਾਂ ਬਹੁਤੇ ਪਿੰਡਾਂ ਦੀ ਇਹ ਕਹਾਣੀ ਹੈ ਵੀ ਗਲੀਆਂ ਨਾਲੀਆਂ ਤੱਕ ਵਿਕਾਸ ਹੁੰਦਾ ਰਿਹਾ। ਹੁਣ ਤੱਕ ਸਰਪੰਚ, ਜਿਹੜੇ ਵਿਧਾਇਕ ਚੁਣੇ ਜਾਂਦੇ, ਉਹਨਾਂ ਤੋਂ ਵੀ ਗਲੀਆਂ ਨਾਲੀਆਂ ਦਾ ਜਿਹੜਾ ਉਹ ਫੰਡ ਮੰਗਦੇ ਰਹੇ, ਪਰ ਤੁਸੀਂ ਲਾਇਬ੍ਰੇਰੀ ਚੁਣਦੇ ਹੋ। ਇਹ ਕਿਵੇਂ ਦਿਮਾਗ 'ਚ ਆਇਆ ਕਿ ਇੱਕ ਲਾਇਬ੍ਰੇਰੀ ਪਿੰਡ ਦੇ ਲਈ ਬਿਹਤਰ ਹੋ ਸਕਦੀ ਹੈ, ਜਾਂ ਲਾਇਬ੍ਰੇਰੀ ਦੇ ਨਾਲ ਹੋਰ ਕਿਹੜੇ-ਕਿਹੜੇ ਪਿੰਡ ਦੇ ਲਈ ਸੁਨਹਿਰੇ ਦਿਨ ਆ ਸਕਦੇ ਨੇ?
ਸੋ ਜਦੋਂ ਮੈਂ ਸਰਪੰਚ ਬਣੀ ਤਾਂ ਮੈਨੂੰ ਇਹ ਸੀ ਵੀ ਆਪਾਂ ਕੁਝ ਵਧੀਆ ਤੇ ਨਵਾਂ ਚੀਜ਼ਾਂ ਕਰੀਏ। ਔਰ ਗਲੀਆਂ ਨਾਲੀਆਂ ਤਾਂ ਮੈਨੂੰ ਪਤਾ ਸਾਰੇ ਸਰਪੰਚ ਕਰਦੇ ਔਰ ਪ੍ਰਾਇੋਰਟੀ ਤੇ ਰੱਖੀਆਂ ਜਾਂਦੀਆਂ, ਪਰ ਮੇਰੇ ਲਈ ਸੀਗੀ ਐਜੂਕੇਸ਼ਨ ਵੀ। ਮੈਂ ਚਾਹੁੰਦੀ ਸੀ ਸਕੂਲ ਵਧੀਆ ਬਣਾਉਣਾ ਹੈ, ਤਾਂ ਉਦੋਂ ਸਕੂਲ ਲਈ ਇੰਨੇ ਫੰਡਸ ਹੈ ਨਹੀਂ ਸੀ, ਤਾਂ ਮੈਨੂੰ ਸੀ ਕਿ ਵੀ ਚਲੋ ਫਿਰ ਆਪਾਂ ਆਪਣੇ ਪਿੰਡ ਦੇ ਵਿੱਚ ਲਾਇਬ੍ਰੇਰੀ ਲੈ ਕੇ ਆਈਏ। ਕਿਉਂਕਿ ਜਦੋਂ ਦਿੱਲੀ ਸੀ ਤਾਂ ਮੈਂ ਉੱਥੇ ਲਾਇਬ੍ਰੇਰੀ ਦੇਖਦੀ ਸੀ, ਤੇ ਉਹ ਜਿਹੜਾ ਲਾਇਬ੍ਰੇਰੀ ਦਾ ਮਾਹੌਲ ਹੁੰਦਾ ਉਹ ਬਹੁਤ ਵਧੀਆ ਹੁੰਦਾ, ਜਿੱਥੇ ਬਹਿ ਕੇ ਤੁਸੀਂ ਸ਼ਾਂਤੀ ਦੇ ਨਾਲ ਪੜ੍ਹਦੇ ਹੋ, ਆਪਦੇ ਦਿਮਾਗ ਨੂੰ ਰਿਲੈਕਸ ਕਰਦੇ ਹੋ। ਤਾਂ ਮੈਨੂੰ ਸੀ ਪਿੰਡ ਵਿੱਚ ਵੀ ਇਹੋ ਜਿਹੀ ਕੋਈ ਜਗ੍ਹਾ ਹੋਣੀ ਚਾਹੀਦੀ ਹੈ, ਕਿਉਂਕਿ ਇੱਥੇ ਕੀ ਹੁੰਦਾ, ਆਪਣੇ ਕੋਈ ਵੀ ਕੁੜੀਆਂ ਜਾਂ ਮਤਲਬ ਬੱਚੇ ਕਿਤੇ ਵੀ ਜਾ ਨਹੀਂ ਸਕਦੇ, ਕੋਈ ਜਗ੍ਹਾ ਹੀ ਨਹੀਂ ਹੁੰਦੀ ਜਿੱਥੇ ਬੈਠ ਕੇ ਗੱਲਾਂ ਕਰ ਲੈਣ ਜਾਂ ਪੜ੍ਹ ਲੈਣ, ਹੈ ਨਾ। ਤਾਂ ਮੈਨੂੰ ਸੀਗਾ ਵੀ ਇੱਕ ਇਹੋ ਜਿਹੀ ਜਗ੍ਹਾ ਤਾਂ ਹੋਣੀ ਚਾਹੀਦੀ ਹੈ ਸਾਰੇ ਬੱਚਿਆਂ ਦੇ ਲਈ ਪਿੰਡ ਦੇ ਵਿੱਚ। ਤਾਂ ਫਸਟ ਤੋਂ ਅਸੀਂ ਲਾਇਬ੍ਰੇਰੀ ਤੋਂ ਸਟਾਰਟ ਕੀਤੀ। ਫਿਰ ਅਸੀਂ ਸੋਚਿਆ ਵੀ ਜਦੋਂ ਆਪਾਂ ਲਾਇਬ੍ਰੇਰੀ ਬਣਾਉਣ ਲੱਗੇ ਹਾਂ, ਬਣ ਤਾਂ ਇੱਕ ਕਮਰਾ ਵੀ ਜਾਵੇਗਾ, ਪਰ ਮੈਨੂੰ ਸੀ ਇੱਕ ਖਿੱਚ ਦਾ ਕੇਂਦਰ ਵੀ ਹੋਣਾ ਚਾਹੀਦਾ, ਤਾਂ ਕਿ ਬੱਚਿਆਂ ਨੂੰ ਇਹ ਲੱਗੇ ਵੀ ਹਾਂ ਆਹ ਵੀ ਚੀਜ਼ ਹੈਗੀ ਹੈ, ਜਗ੍ਹਾ ਹੈਗੀ ਹੈ ਜਿੱਥੇ ਬਹਿ ਕੇ ਅਸੀਂ ਪੜ੍ਹ ਸਕਦੇ ਹਾਂ। ਇੰਨੇ ਗਰਮੀ ਹੁੰਦੀ ਹੈ, ਇੰਨੇ ਗਰਮੀ 'ਚ ਕੱਟ ਲੱਗਦੇ ਆ, ਹੈ ਨਾ। ਅਤੇ ਕਈ ਵਾਰੀ ਕੀ ਹੁੰਦਾ, ਪਰਿਵਾਰ ਐਡੇ ਵੱਡੇ ਹੁੰਦੇ ਆ ਵੀ ਪੜ੍ਹਾਈ ਲਈ ਤੁਹਾਨੂੰ ਬਹੁਤ ਸ਼ਾਂਤੀ ਦਾ ਮਾਹੌਲ ਚਾਹੀਦਾ। ਮੈਨੂੰ ਤਾਂ ਨਾ ਮਤਲਬ ਜੇ ਕੋਈ ਫਿਰਦਾ ਵੀ, ਮੈਨੂੰ ਐਂ ਹੋ ਜਾਂਦਾ ਵੀ ਤੁਸੀਂ ਪਾਸੇ ਹੋ ਕੇ ਬੈਠ ਜਾਓ, ਤਾਂ ਕਿ ਮੈਨੂੰ ਇੰਨੀ ਕੁ ਮਤਲਬ ਮੇਰੀ ਫੋਕਸ ਹੁੰਦਾ, ਮਤਲਬ ਪੜ੍ਹਾਈ ਦੇ ਵਿੱਚ ਵੀ ਕੋਈ ਡਿਸਟਰਬ ਨਾ ਕਰੇ, ਹੈ ਨਾ। ਉਹੇ ਜਿਹਾ ਹੀ ਮੈਨੂੰ ਮਤਲਬ ਸੀ ਮੈਂ ਪਿੰਡ ਦੇ ਵਿੱਚ ਇੱਕ ਮਾਹੌਲ ਲੈ ਕੇ ਆਵਾਂ, ਉਹੀ ਲਾਇਬ੍ਰੇਰੀ ਲੈ ਕੇ ਆਵਾਂ। ਫਿਰ ਇਸ ਲਈ ਮੈਂ ਲਾਇਬ੍ਰੇਰੀ ਲੈ ਕੇ ਆਈ। ਦੂਜਾ ਫਿਰ ਅਸੀਂ ਇਹ ਸੀਗਾ ਕਿ ਪਾਰਕ ਦਾ ਹੁੰਦਾ ਕਿ ਸ਼ਹਿਰਾਂ 'ਚ ਹੁੰਦਾ, ਪਿੰਡ 'ਚ ਨਹੀਂ, ਸਾਡੇ ਵੀ ਨਹੀਂ ਸੀਗਾ। ਬੱਚੇ ਗਲੀਆਂ 'ਚ ਖੇਲਦੇ ਆ, ਅਸੀਂ ਤਾਂ ਆਪ ਗਲੀਆਂ 'ਚ ਇਹਨਾਂ 'ਚ ਖੇਡ ਕੇ ਵੱਡੇ ਹੋਏ ਆ, ਅਤੇ ਮੈਨੂੰ ਇਹ ਸੀ ਕਿ ਆਉਣ ਵਾਲੇ ਬੱਚਿਆਂ ਲਈ ਕੁਛ ਨਵਾਂ ਹੋ ਸਕੇ। ਫਿਰ ਸਕੂਲ ਇਹ ਚੀਜ਼ਾਂ ਉਹਨਾਂ ਤੇ ਫੋਕਸ ਜਿਹੜੀ ਲਾਇਬ੍ਰੇਰੀ ਆ ਉਹ ਚਰਚਾ ਦੇ ਵਿੱਚ ਰਹਿੰਦੀ ਹੈ। ਕਹਿੰਦੇ ਬਠਿੰਡੇ ਜ਼ਿਲ੍ਹੇ ਦਾ ਛੋਟਾ ਜਿਹਾ ਪਿੰਡ ਆ ਮਾਨਖਾਨਾ, ਜਿੱਥੇ ਬਹੁਤ ਸੋਹਣੀ ਲਾਇਬ੍ਰੇਰੀ ਬਣੀ ਹੈ, ਜਿੱਥੇ ਇੱਕ ਬਿਲਡਿੰਗ ਬੜੀ ਸੁੰਦਰ ਹੈ। ਤਾਂ ਉੱਥੇ ਨਾਲ ਦੀ ਨਾਲ ਇਹ ਵੀ ਹੁੰਦਾ ਹੈ ਕਿ ਕਿਹੜੇ ਰਾਈਟਰ ਨੇ ਜਾਂ ਕਿਹੜੀਆਂ ਉਹ ਕਿਤਾਬਾਂ ਨੇ ਜਿਹੜੀਆਂ ਲਾਇਬ੍ਰੇਰੀ ਦੇ ਅੰਦਰ ਰੱਖੀਆਂ ਗਈਆਂ ਨੇ, ਕਿਉਂਕਿ ਖਾਸ ਤੌਰ ਤੇ ਕਿਤਾਬਾਂ ਪੜ੍ਹਨੀਆਂ ਨੇ, ਤੇ ਜਿੱਥੇ ਬਿਲਡਿੰਗ ਦੇ ਨਾਲ ਉਹਨਾਂ ਦੀ ਅਹਿਮੀਅਤ ਜ਼ਿਆਦਾ ਆ ਗਈ ਹੈ। ਉਹ ਕਿਹੜੇ ਖਿਆਲ ਜਿਹੜੇ ਰੱਖੇ ਗਏ, ਕਿਹੜੇ ਰਾਈਟਰਾਂ ਨੂੰ ਸ਼ਾਮਲ ਕੀਤਾ ਗਿਆ, ਕਿਹੜੇ ਸਬਜੈਕਟ ਜਾਂ ਕਿਹੜੇ ਵਿਸ਼ੇ ਦੀਆਂ ਕਿਤਾਬਾਂ ਜਿਹੜੀਆਂ ਸੀ ਉੱਥੇ ਸੀ? ਅਸਲ 'ਚ ਇਹ ਸੀਗਾ ਕਿ ਜਦੋਂ ਅਸੀਂ ਲਾਇਬ੍ਰੇਰੀ ਬਣਾਉਣ ਲੱਗੇ, ਪਹਿਲਾਂ ਤਾਂ ਇਹੀ ਸੀ ਕਿ ਆਪਾਂ ਇੱਕ ਬਿਲਡਿੰਗ ਵਧੀਆ ਬਣਾਉਣੀ ਆ। ਦੂਜੀ ਇਹ ਸੀ ਵੀ ਇੱਥੇ ਕੋਈ ਇਹ ਨਹੀਂ ਕਰਨਾ ਹੈਗਾ ਵੀ ਆਹ ਹੋਊਗਾ ਤੇ ਆਹ ਨਹੀਂ ਹੋਊਗਾ। ਜੋ ਵੀ ਇਹ ਭੰਡਾਰ ਮਿਲ ਗਿਆ, ਹੈ ਨਾ, ਗਿਆਨ ਦਾ ਭੰਡਾਰ ਜਿੱਥੋਂ ਵੀ ਮਿਲ ਗਿਆ, ਈਵਨ ਬਹੁਤ ਸਾਰੇ ਲੋਕਾਂ ਨੇ ਦਾਨ ਵੀ ਕੀਤੀਆਂ, ਤਾਂ ਅਸੀਂ ਉਹ ਲੈ ਕੇ ਆਏ ਹਾਂ। ਚਾਹੇ ਉਹ ਮੋਟੀਵੇਸ਼ਨਲ ਕਿਤਾਬਾਂ ਹੋ ਗਈਆਂ, ਜਿਨ੍ਹਾਂ ਤੋਂ ਆਪਾਂ ਸੈਲਫ ਇੰਪਰੂਵਮੈਂਟ ਦੀਆਂ ਦੇਖਦੇ ਹਾਂ ਕਿਤਾਬਾਂ, ਕਿ ਅਸੀਂ ਖੁਦ ਕਿੱਦਾਂ ਇੰਪਰੂਵ ਕਰ ਸਕਦੇ ਹਾਂ, ਹੈ ਨਾ, ਉਹ ਸਾਰੀਆਂ ਕਿਤਾਬਾਂ ਹੋ ਗਈਆਂ। ਇਹਦੇ ਵਿੱਚ ਹੈਗੀਆਂ ਅੰਗਰੇਜ਼ੀ, ਪੰਜਾਬੀ, ਹਿੰਦੀ ਦੀਆਂ ਕਿਤਾਬਾਂ, ਨਾਵਲਸ ਹੈਗੇ ਆ, ਅਤੇ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਧਾਰਮਿਕ ਵੀ ਸਾਰੀਆਂ ਕਿਤਾਬਾਂ ਨੇ। ਮਤਲਬ ਕੋਈ ਇੱਦਾਂ ਦਾ ਨਹੀਂ ਕਿ ਆਪਾਂ ਆਹ ਚੀਜ਼ ਰੱਖਣੀ ਆ, ਨਹੀਂ। ਕਿਉਂਕਿ ਇੱਥੇ ਇਹ ਇੱਕ ਤਰ੍ਹਾਂ, ਇਹ ਮੈਂ ਕਹਿਣੀ ਹੁੰਦੀ ਹਾਂ, ਮੇਰੇ ਲਈ ਤਾਂ ਇਹੀ ਗੁਰਦੁਆਰਾ, ਇਹੀ ਮਸਜਿਦ, ਇਹੀ ਮੰਦਿਰ ਹੁੰਦਾ ਵੀ। ਮੈਂ ਇਸ ਹਿਸਾਬ ਤੱਕ ਆਪਣੀ ਇਸ ਲਾਇਬ੍ਰੇਰੀ ਨੂੰ ਪੂਜਦੀ ਹਾਂ, ਚਾਹੇ ਉਹ ਮੇਰੇ ਘਰੇ ਵੀ ਹੈ ਜਾਂ ਉੱਥੇ ਵੀ ਹੈ। ਤਾਂ ਜਿਵੇਂ ਤੁਸੀਂ ਪਾਰਕ ਦੀ ਗੱਲ ਕੀਤੀ ਜਾਂ ਹੋਰ ਛੋਟੇ ਕੰਮ ਪਿੰਡ ਦੇ ਹੋਏ, ਲਾਇਬ੍ਰੇਰੀ ਦੀ ਗੱਲ ਹੋਈ, ਖਾਸ ਤੌਰ 'ਤੇ ਸਕੂਲ ਜਿਹੜਾ ਹੈਗਾ ਇੱਕ ਪਿੰਡ ਦੇ ਬੱਚਿਆਂ ਦਾ ਭਵਿੱਖ ਹੁੰਦਾ ਹੈ, ਉਸ ਦੇ ਲਈ ਵੀ ਤੁਹਾਡੇ ਜਿਹੜੇ ਯਤਨ ਨੇ ਉਹ ਲਗਾਤਾਰ ਜਾਰੀ ਨੇ। ਇੱਕ ਮੈਂ ਹੋਰ ਵੇਖ ਰਿਹਾ ਸੀਗਾ, ਜਦੋਂ ਅਸੀਂ ਪਿੰਡ ਦੇ ਵਿੱਚੋਂ ਦੀ ਆ ਰਹੇ ਸੀ, ਤਾਂ ਖਾਸ ਤੌਰ 'ਤੇ ਹੁੰਦਾ ਹੈ ਕਿ ਨੇਮ ਪਲੇਟ ਲੱਗੀ ਹੋਈ ਹੈ ਅਤੇ ਉੱਥੇ ਜਿਹੜਾ ਹੈਗਾ ਮਰਦ ਦਾ ਨਾਮ ਲਿਖਿਆ ਹੁੰਦਾ, ਪਰ ਤੁਸੀਂ ਔਰਤਾਂ ਨੂੰ ਉੱਪਰ ਕੀਤਾ ਹੈ। ਇਹ ਦਿਮਾਗ 'ਚ ਕਿਵੇਂ ਆਇਆ? ਇਹ ਹੋਇਆ ਵੀ ਜਿਹੜੀਆਂ ਮੇਰੀਆਂ ਜਿਹੜਾ ਹੈਗਾ ਔਰਤਾਂ ਹੈਗੀਆਂ ਸਾਡੀਆਂ, ਉਹਨਾਂ ਨੂੰ ਉੱਪਰ ਕੀਤਾ ਜਾਵੇ, ਜਾਂ ਇੱਕ ਖਾਸ ਵਿਜ਼ਨ ਸੀਗਾ ਜਾਂ ਖਾਸ ਇੱਕ ਸੁਨੇਹਾ ਜਿਹੜਾ ਹੈਗਾ ਤੁਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਸੀ? ਹਾਂਜੀ, ਇਹ ਜਦੋਂ ਤੁਸੀਂ ਐਜ਼ ਅ ਫੀਮੇਲ ਹੋ ਨਾ ਸਰਪੰਚ ਬਣਦੇ ਹੋ, ਤਾਂ ਇਹ ਚੀਜ਼ਾਂ ਹੁੰਦੀਆਂ ਵੀ ਮੈਂ ਔਰਤਾਂ ਲਈ ਕੁਝ ਕਰਾਂ। ਅਤੇ ਮੇਰੇ ਕੋਲ ਸ਼ੁਰੂ ਤੋਂ ਹੀ ਔਰਤਾਂ ਆਉਣ ਲੱਗ ਗਈਆਂ ਸੀ ਵੀ ਸਾਡੇ ਲਈ ਕੀ ਕਰੋਗੇ। ਬੇਸਿਕਲੀ ਤਾਂ ਰੋਜ਼ਗਾਰ ਦਾ ਸਾਧਨ ਲਈ ਮੇਰੇ ਕੋਲ ਆਉਂਦੀਆਂ ਸੀ, ਪਰ ਮੈਨੂੰ ਇਹ ਸੀ ਕਿ ਉਹਨਾਂ ਦੀ ਕੰਡੀਸ਼ਨ ਇਕੱਲੇ ਰੋਜ਼ਗਾਰ ਨਾਲ ਨਹੀਂ ਹੱਲ ਹੋਣੀ ਹੈਗੀ। ਕਿਉਂਕਿ ਆਪਾਂ ਦੇਖਦੇ ਹਾਂ ਬਹੁਤ ਸਾਰੀਆਂ ਔਰਤਾਂ ਅੱਜ ਕੱਲ੍ਹ ਕੰਮ ਕਰ ਰਹੀਆਂ, ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਦਬਾਇਆ ਜਾਂਦਾ, ਉਹਨਾਂ ਨਾਲ ਰੇਪ ਵਰਗੀਆਂ ਚੀਜ਼ਾਂ ਹੁੰਦੀਆਂ, ਡੋਮੈਸਟਿਕ ਵਾਇਲੈਂਸ ਹੁੰਦਾ, ਉਹਨਾਂ ਦਾ ਕੌਨਫੀਡੈਂਸ ਲੋ ਕੀਤਾ ਜਾਂਦਾ। ਤਾਂ ਮੈਨੂੰ ਇਹ ਸੀਗਾ ਕਿ ਜਿਹੜੀਆਂ ਮੇਰੇ ਪਿੰਡ ਦੀਆਂ ਔਰਤਾਂ ਨੇ, ਉਹਨਾਂ 'ਚ ਇੱਕ ਜਜ਼ਬਾ ਆਵੇ, ਇੱਕ ਕੌਨਫੀਡੈਂਸ ਆਵੇ, ਅਤੇ ਉਹ ਆਪਣੇ ਪ੍ਰਤੀ ਆਪਦੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝਣ। ਜੇ ਹੁਣ ਤੁਸੀਂ ਵੀ ਨੋਰਮਲ ਕਈ ਔਰਤਾਂ ਨਾਲ ਪਿੰਡ 'ਚ ਗੱਲ ਕਰਕੇ ਵੇਖ ਲਓ ਵੀ ਤੁਸੀਂ ਐਂ ਕਿਉਂ ਨਹੀਂ ਕਰਦੀਆਂ, ਵੀ ਭਾਈ ਅਸੀਂ ਕਿੱਥੋਂ ਕਰ ਸਕਦੀਆਂ, ਅਸੀਂ ਤਾਂ ਬੁੜੀਆਂ ਨੂੰ ਕੌਣ ਕਰਨ ਦਿੰਦਾ। ਉਹ ਪਹਿਲਾਂ ਹੀ ਆਪਦੇ ਆਪ ਨੂੰ ਉਸ ਚੀਜ਼ ਤੋਂ ਪਿੱਛੇ ਲੈ ਜਾਂਦੀਆਂ। ਤਾਂ ਉਹ ਜਜ਼ਬਾ ਜਾਂ ਉਹ ਕੌਨਫੀਡੈਂਸ ਕਿਵੇਂ ਆਊਗਾ, ਉਹ ਮੈਨੂੰ ਲੱਗਦਾ ਇਹਨਾਂ ਛੋਟੀਆਂ ਚੀਜ਼ਾਂ ਨਾਲ ਹੀ ਆਊਗਾ। ਜਦੋਂ ਮੈਂ ਇੱਕ ਫੀਮੇਲ ਨੂੰ ਮਿਲੀ, ਉਹ ਕਹਿੰਦੀ ਵੀ ਮੈਨੂੰ ਤਾਂ ਘਰ ਤੋਂ ਬਾਹਰ ਜਾਣ ਦੀ ਵੀ ਇਜਾਜ਼ਤ ਨਹੀਂ,
ਸੀਗੀ। ਪਰ ਜਦੋਂ ਮੈਂ ਆਪਦਾ ਨਾਂ ਨੇਮ ਪਲੇਟ ਤੇ ਦੇਖਿਆ ਤਾਂ ਮਤਲਬ ਮੈਨੂੰ ਇੰਨੀ ਕੁ ਖੁਸ਼ੀ ਹੋਈ ਆ ਨਾ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਜੀ ਤੇ ਮੈਂ ਉਸ ਵਕਤ ਜੋ ਮਹਿਸੂਸ ਕੀਤਾ ਜਾਂ ਉਹਦੇ ਚਿਹਰੇ ਦੀ ਉਹ ਖੁਸ਼ੀ ਸੀਗੀ ਜੋ, ਉਹ ਮੈਂ ਵੀ ਤੁਹਾਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ ਜੀ ਹੁਣ। ਜੀ ਮਤਲਬ ਪਰ ਮੈਨੂੰ ਖੁਦ ਨੂੰ ਮਹਿਸੂਸ ਹੋਇਆ ਵੀ ਦੇਖਣ ਵਾਲੇ ਨੂੰ ਲੱਗੇ ਵੀ ਇੱਕ ਨੇਮ ਪਲੇਟ ਹੀ ਲੱਗੀ ਆ, ਜੀ। ਇਹਦੇ ਨਾਲ ਕੀ ਹੋ ਜਾਊਗਾ। ਪਰ ਇਹਨਾਂ ਚੀਜ਼ਾਂ ਦੇ ਨਾਲ ਫਰਕ ਤਾਂ ਪੈਂਦਾ, ਉਹ ਬਿਲਕੁਲ। ਹੌਲੀ ਹੌਲੀ ਦਿਖਦਾ। ਜੀ। ਹੁਣ ਬੱਚੇ ਦੇਖ ਰਹੇ ਨੇ, ਛੋਟੇ ਬੱਚੇ ਦੇਖ ਰਹੇ ਆ ਜੀ। ਵੀ ਹਾਂ ਸਾਡੀ ਮੰਮੀ ਦਾ ਨਾਮ ਲਿਖਿਆ ਹੋਇਆ ਇਹਦੇ ਤੇ, ਕੱਲ ਨੂੰ ਇਹ ਨਹੀਂ ਕਰਨਗੇ ਵੀ ਉੱਥੇ ਤਾਂ ਡੈਡੀ ਦਾ ਹੋਣਾ ਚਾਹੀਦਾ ਸੀ। ਮਤਲਬ ਇਹ ਚੀਜ਼ ਉਹਨਾਂ ਦੇ ਦਿਮਾਗ 'ਚ ਨਹੀਂ ਜੀ, ਜਾਊਗੀ। ਆਉਣ ਵਾਲੇ ਬੱਚਿਆਂ ਦੇ ਲਈ ਕੀ ਹੋਗੀ ਇਹ ਚੀਜ਼, ਨੋਰਮਲ ਹੋਗੀ। ਜੀ। ਆਪਣੇ ਲਈ ਤਾਂ ਇਹ ਹੋ ਗਿਆ, ਆਪਣੇ ਲਈ ਤਾਂ ਪਹਿਲਾਂ ਤਾਂ ਨੇਮ ਪਲੇਟਸ ਹੀ ਨਹੀਂ ਹੁੰਦੀਆਂ ਪਿੰਡ ਦੇ ਵਿੱਚ, ਪਰ ਬਿਲਕੁਲ, ਆਪਣੇ ਲਈ ਹੋ ਗਿਆ ਯਾਰ ਔਰਤਾਂ ਦਾ ਨਾਮ, ਇਹ ਚੀਜ਼ ਹੋ ਗਈ। ਪਰ ਇਹ ਆਉਣ ਵਾਲੇ ਸਮਾਜ ਦੇ ਲਈ ਇੱਕ ਬਦਲਾਵ ਵੀ ਹੋ ਗਿਆ ਕਿ ਮਤਲਬ ਇਹ ਚੀਜ਼ ਨਾਰਮਲ ਹੈ। ਜੀ। ਜੇ ਔਰਤਾਂ ਦਾ ਨਾਮ ਨੇਮ ਪਲੇਟ ਤੇ ਲਿਖਿਆ ਜਾਂਦਾ ਤਾਂ ਕੋਈ ਇਸ਼ੂ ਵਾਲੀ ਗੱਲ ਨਹੀਂ ਹੈ। ਉਹ ਵੀ ਬਰਾਬਰ ਦਾ ਹੱਕ ਰੱਖਦੀਆਂ ਨੇ ਤੇ ਉਹ ਵੀ ਸਾਡੇ ਇਸ ਸਮਾਜ ਦੇ ਵਿੱਚ ਬਹੁਤ ਅਹਿਮੀਅਤ ਰੱਖਦੀਆਂ ਨੇ। ਜੀ। ਪਰ ਇਹ ਉਹਨਾਂ ਦੀ ਇਹ ਫੀਲਿੰਗ ਆ, ਉਹ ਤਾਂ ਹੀ ਜਾਗੂਗੀ। ਇੱਕ ਹੋਰ ਹੈ, ਜਦੋਂ ਤੁਸੀਂ ਸਰਪੰਚ ਬਣੇ, ਇੱਕ ਪਿੰਡਾਂ ਦੇ ਵਿੱਚ ਰੌਲੇ ਬੜੇ ਪੈਂਦੇ ਨੇ, ਛੋਟੇ ਛੋਟੇ ਝਗੜੇ ਹੁੰਦੇ ਨੇ, ਜਾਂ ਖੇਤਾਂ ਦੇ ਜਿਹੜੇ ਖਾਲਾਂ ਵੱਟੇ ਹੁੰਦੇ ਨੇ ਉਹਨਾਂ ਨੂੰ ਲੈ ਕੇ ਝਗੜੇ ਹੋ ਜਾਂਦੇ ਨੇ। ਫਿਰ ਸਰਪੰਚ ਦੇ ਘਰੇ ਇੱਕ ਵੱਡਾ ਇਕੱਠ ਹੋ ਜਾਂਦਾ ਹੈ, ਦੋਨੋਂ ਧਿਰਾਂ ਆਉਂਦੀਆਂ ਨੇ, ਫਿਰ ਤਲਖੀ ਵੀ ਹੋ ਜਾਂਦੀ ਹੈ। ਉਦੋਂ ਸ਼ਸ਼ਨਦੀਪ ਕੌਰ ਹੁਣਿਆਂ ਦੇ ਲਈ ਕਿੰਨਾ ਕੁ ਔਖਾ ਹੁੰਦਾ ਸੀ ਕਿ ਉਸ ਮਸਲੇ ਨੂੰ ਸੁਲਝਾ ਲਿਆ ਜਾਵੇ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਆਵਾਜ਼ ਬੜੀ ਉੱਚੀ ਚਲੀ ਜਾਂਦੀ ਹੈ, ਉਦੋਂ ਤਾਂ ਲੱਗਦਾ ਹੁੰਦਾ ਵੀ ਤਾਂ ਹੁਣ ਲੜ ਵੀ ਪੈਣਗੇ, ਥਾਣਿਆਂ ਦੇ ਵਿੱਚ ਮਸਲੇ ਚਲੇ ਜਾਂਦੇ। ਉਹਨਾਂ ਨੂੰ ਲੈ ਕੇ ਜਿਹੜਾ 4 ਸਾਲਾਂ ਦਾ ਤੁਹਾਡਾ ਕੀ ਤਜਰਬਾ ਰਿਹਾ, ਕਿਸ ਤਰ੍ਹਾਂ ਦੇ ਲੋਕਾਂ ਦੇ ਮਸਲੇ ਆਏ, ਕਿਸ ਤਰ੍ਹਾਂ ਉਹਨਾਂ ਨੂੰ ਫਿਰ ਹੱਲ ਕਰਦੇ ਰਹੇ? ਮੇਰੇ ਕੋਲੇ ਪਰਿਵਾਰਕ ਮਸਲੇ ਜ਼ਿਆਦਾ ਆਏ ਆ, ਮੈਂ ਤੁਹਾਨੂੰ ਦੱਸਾਂ। ਮਤਲਬ ਪਰਿਵਾਰਕ ਨੂੰ ਸੱਸ ਦਾ ਹੋ ਗਿਆ ਹੈ ਨਾ, ਇੱਦਾਂ ਦੀਆਂ ਲੜਾਈਆਂ, ਔਰ ਜਾਂ ਪਤੀ ਪਤਨੀ ਦੀ ਲੜਾਈਆਂ ਦਾ ਹੋ ਗਿਆ। ਤੇ ਇਹਦੇ ਵਿੱਚ ਮਤਲਬ ਮੈਂ ਤਾਂ ਜਦੋਂ ਮਤਲਬ ਸੋਚਦੀ ਹਾਂ ਵੀ ਇਸ਼ੂ ਤਾਂ ਕੁਝ ਵੀ ਨਹੀਂ ਹੁੰਦਾ ਜੇ ਤੱਥ ਕੱਢਿਆ ਜਾਵੇ ਨਾ ਲੜਾਈ ਦਾ। ਮੈਨੂੰ ਲੱਗਦਾ ਹੁੰਦਾ ਨਾਰਮਲ ਜੀ ਲੜਾਈ ਆ ਵੀ ਸਾਡੇ ਅਸਲ 'ਚ ਅਸੀਂ ਨਾ ਸਹਿਨਸ਼ੀਲਤਾ ਤੋਂ ਇੰਨੇ ਕੁ ਦੂਰ ਹੋ ਗਏ ਆ ਵੀ ਅੱਜ ਕੱਲ੍ਹ ਤਾਂ ਅਸੀਂ ਸਹਿਣ ਹੀ ਨਹੀਂ ਕਰਦੇ। ਕੋਈ ਮਾੜੀ ਜੀ ਚੀਜ਼ ਹੁੰਦੀ ਆ ਤਾਂ ਉੱਥੇ ਅਸੀਂ ਡਾਂਗੋ ਸੋਟੀ ਲੈ ਕੇ ਹੋ ਜਾਂਦੇ ਆ, ਤਲਾਕ ਤੱਕ ਗੱਲਾਂ ਪਹੁੰਚ ਜਾਂਦੀਆਂ। ਤਾਂ ਜਦੋਂ ਇਹੋ ਜਿਹੀਆਂ ਚੀਜ਼ਾਂ ਆਉਣ ਲੱਗੀਆਂ, ਦੇਖੋ ਪਹਿਲਾਂ ਤਾਂ ਮੈਂ 22 ਸਾਲ ਦੀ ਕੁੜੀ ਸੀ ਤੇ ਸੱਚੀ ਮੈਨੂੰ ਕੁਝ ਨਹੀਂ ਪਤਾ ਸੀਗਾ ਵੀ ਕਿੱਦਾਂ ਇਹਨਾਂ ਨਾਲ ਡੀਲ ਕਰਾਂ, ਕਿੱਦਾਂ ਇਸ ਮਸਲੇ ਨੂੰ ਦੇਖਾਂ, ਕਿਉਂਕਿ ਉਹਨੂੰ ਵਿਆਹ ਦੇ ਰਿਸ਼ਤੇ ਬਾਰੇ ਕੀ ਪਤਾ, ਜਾਂ ਉੱਥੇ ਜਾਂ ਉਹਨਾਂ ਦੀ ਲੜਾਈ ਬਾਰੇ ਕੀ ਪਤਾ, ਮੈਨੂੰ ਸੱਚੀ ਕੱਖ ਨਹੀਂ ਪਤਾ ਸੀਗਾ। ਪਰ ਮੈਂ ਇਹ ਇੱਕ, ਜਦੋਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਨਾ, ਮੈਂ ਆਪਦੇ ਘਰਦਿਆਂ ਨੂੰ ਕਹਿਤਾ ਸੀ ਵੀ ਤੁਸੀਂ ਇਹ ਨਾ ਕਹੋ ਵੀ ਚੱਲ ਅੰਦਰ ਤੂੰ, ਮੈਂ ਅੰਦਰ ਨਹੀਂ ਗਈ, ਮੈਂ ਉੱਥੇ ਬੈਠੀ, ਮੈਂ ਦੇਖਿਆ, ਮੈਂ ਪਿੰਡ ਆਪਦੇ ਮੈਂਬਰਾਂ ਨੂੰ ਵੀ ਸੱਦਿਆ, ਮੇਰੇ ਮੈਂਬਰ ਵੀ ਆਉਂਦੇ ਰਹੇ, ਜਾਂ ਪਿੰਡ ਦੇ ਹੋਰ ਜਿਹੜੇ ਮੋਤਵਰ ਲੋਕ ਹੁੰਦੇ ਆ ਉਹ ਵੀ ਆਉਂਦੇ ਸੀ, ਕਿਉਂਕਿ ਮੈਂ ਤਾਂ ਹੁਣ ਸਿੱਖਣਾ ਸੀਗਾ, ਜਾਣਕਾਰੀ ਲੈਣੀ ਸੀਗੀ ਉਹਨਾਂ ਤੋਂ। ਤੇ ਫਿਰ ਜਦੋਂ ਉਹ ਆ ਕੇ ਗੱਲਾਂ ਕਰਦੇ ਜਾਂ ਡੀਲ ਕਰਦੇ ਤਾਂ ਮੈਨੂੰ ਲੱਗਦਾ ਵੀ ਹਾਂ ਯਾਰ ਐਂ ਗੱਲ ਕਰਨੀ ਚਾਹੀਦੀ ਆ, ਆਹ ਬਜ਼ੁਰਗ ਤੋਂ ਮੈਂ ਆਹ ਚੀਜ਼ ਸਿੱਖਾਂ। ਆਹ ਬਜ਼ੁਰਗ ਕਿੰਨੇ ਠਹਿਰਾਵ ਦੇ ਨਾਲ, ਕਿੰਨੇ ਵਧੀਆ ਢੰਗ ਦੇ ਨਾਲ ਬੋਲ ਰਹੇ ਨੇ, ਤੇ ਉਹ ਬੰਦਾ ਜਿਹੜਾ ਪਹਿਲਾਂ ਇੰਨੇ ਗੁੱਸੇ ਦੇ ਵਿੱਚ ਹੁੰਦਾ ਉਹ ਆਰਾਮ ਨਾਲ ਬੈਠ ਜਾਂਦਾ। ਤਾਂ ਮਤਲਬ ਇਹ ਚੀਜ਼ਾਂ ਤੁਸੀਂ ਦੇਖ ਕੇ ਸਿੱਖਦੇ ਹੋ। ਪਹਿਲਾਂ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ, ਫਿਰ ਜਦੋਂ ਰੌਲੇ ਆਉਂਦੇ, ਕੋਈ ਬਜ਼ੁਰਗ ਕਹਿੰਦਾ ਉਹ ਭਾਈ ਕੋਈ ਨਾ ਆਪਾਂ 2 ਦਿਨਾਂ ਬਾਅਦ ਮਿਲਦੇ ਹਾਂ, ਉਹ 2 ਦਿਨਾਂ ਬਾਅਦ ਦਾ ਮਤਲਬ ਕੀ ਹੈ, ਹੈ ਨਾ, ਵੀ ਗੁੱਸਾ ਠੰਡਾ ਹੋ ਜਾਊਗਾ। ਵੀ ਜਦੋਂ ਲੜਾਈ ਹੁੰਦੀ ਆ ਉਦੋਂ ਹੀ ਤੁਸੀਂ ਲੜਾਈ 'ਚ ਨਹੀਂ ਜਾਣਾ, ਉਹਨੂੰ ਠੰਡੇ ਹੋਣ ਦਿਓ, ਉਦੋਂ ਨੂੰ ਤੁਹਾਨੂੰ ਵੀ ਕੋਈ ਸੋਲਿਊਸ਼ਨ ਮਿਲ ਜੂਗਾ, ਉਹ ਬੰਦੇ ਦਾ ਗੁੱਸਾ ਵੀ ਘਟ ਜੂਗਾ, ਫਿਰ ਹੀ ਤੁਸੀਂ ਗੱਲ ਕਰ ਪਾਓਗੇ। ਜਦੋਂ ਜੇ ਤੁਹਾਨੂੰ ਗੁੱਸਾ ਆਇਆ ਹੋਇਆ ਤੁਸੀਂ ਗੱਲ ਹੀ ਨਹੀਂ ਕਰ ਪਾਓਗੇ ਨਾ, ਤੁਸੀਂ ਗੱਲ ਪਰ ਉਹਨੇ ਗਾਲ ਕੱਢਣੀ ਹੈ, ਤੁਹਾਡਾ ਵੀ ਮਨ ਖਰਾਬ ਹੋ ਜਾਣਾ, ਸਾਡੇ ਤਾਂ ਪਿੰਡ ਦੀ ਬੋਲੀ ਇਦਾਂ ਦੀ ਹੈ, ਫਿਰ ਉੱਥੇ ਸੋਲਿਊਸ਼ਨ ਨਹੀਂ ਆਉਂਦਾ। ਸੋਲਿਊਸ਼ਨ ਦੇ ਲਈ ਤੁਹਾਨੂੰ ਗੈਪ ਦੇਣਾ ਪਊਗਾ, 2-3 ਵਾਰੀ ਕਹਿਣਾ ਪਊ ਚਲੋ ਆਪਾਂ ਕੱਲ ਨੂੰ ਮਿਲਦੇ ਹਾਂ, ਅੱਜ ਮੈਨੂੰ ਕੰਮ ਹੈ, ਫਿਰ ਉਹ ਥੋੜੇ ਠੰਡੇ ਹੋਣਗੇ, ਫਿਰ ਤੁਸੀਂ ਆਪੇ ਹੱਲ ਨਿਕਲ ਆਊਗਾ। ਹੱਲ ਉਹ ਵੈਸੇ ਆਪ ਹੀ ਦੱਸ ਦੇਣਗੇ ਵੀ ਸਾਨੂੰ ਐਂ ਕਰ ਦਿਓ ਜੀ, ਬਸ ਠੀਕ ਹੈ, ਜੋ ਤੁਹਾਡੇ ਉਹ 'ਚ ਆਉਂਦਾ ਠੀਕ ਹੈ, ਨਹੀਂ ਫਿਰ ਤੁਸੀਂ ਹੋਰ ਹੱਲ ਲੱਭੋ ਤੇ ਹੱਲ ਹੋ ਜਾਂਦਾ। ਹੁਣ ਇਹ ਚੀਜ਼ਾਂ ਸੌਖੀਆਂ ਹੋ ਗਈਆਂ। ਨੂੰਹ ਸੱਸ ਦੀ ਗੱਲ ਕੀਤੀ ਆ, ਜਿਵੇਂ ਤੁਸੀਂ ਕਿਹਾ ਵੀ ਛੋਟੀ ਜਿਹੀ ਗੱਲ ਹੁੰਦੀ ਆ ਪਰਿਵਾਰ ਦੇ ਵਿੱਚ ਨਾਰਮਲ ਹੋ ਜਾਂਦਾ, ਤਾਂ ਉਹ ਜਿਵੇਂ ਕਿਸੇ ਨੇ ਕਿਹਾ ਨਾ, ਉਹ ਕਹਿੰਦੇ ਵੀ ਨੂੰਹ ਸੱਸ ਦੀ ਬੜੀ ਲੜਾਈ ਸੀ, ਤੇ ਉਹ ਜਿਹੜੀ ਸੱਸ ਸੀ ਉਹ ਇੱਕ, ਜਿਵੇਂ ਆਪਣੇ ਪਿੰਡਾਂ 'ਚ ਆਮ ਤੌਰ 'ਤੇ ਆਪਾਂ ਕਹਿ ਦਿੰਦੇ ਹਾਂ ਸਿਆਣਾ ਹੋ ਗਿਆ, ਜਿਹੜੇ ਪੁੱਸਾਂ ਦੇਣ ਵਾਲੇ ਲੋਕ ਹੁੰਦੇ ਨੇ, ਉਹਦੇ ਕੋਲੇ ਜਾਂਦੀ ਹੈ, ਤਾਂ ਉਹ ਕਹਿੰਦੀ ਬਾਬਾ ਬੜਾ ਨੂੰਹ ਤੰਗ ਕਰਦੀ ਹੈ, ਤੇ ਉਹ ਇੱਕ ਮਣਕਾ ਦਿੰਦਾ, ਉਹ ਕਹਿੰਦੇ ਵੀ ਤੂੰ ਇਹਨੂੰ ਜਾੜ ਦੇ ਹੇਠਾਂ ਰੱਖਣਾ, ਤੇ ਜਦੋਂ ਤੇਰੀ ਨੂੰਹ ਨੇ ਕੁਝ ਵੀ ਤੈਨੂੰ ਬੋਲਣਾ ਉਦੋਂ ਤੂੰ ਚੁੱਪ ਕਰਨਾ, ਤੇ ਜੇ ਮਣਕਾ ਇਹ ਤੇਰੇ ਮੂੰਹ 'ਚੋਂ ਡਿੱਗ ਗਿਆ ਤਾਂ ਵੱਡਾ ਨੁਕਸਾਨ ਹੋ ਜੂ। ਉਹ ਜਦੋਂ ਘਰੇ ਆਉਂਦੀ ਆ ਉਹਦੀ ਨੂੰਹ ਨੂੰ ਗਾਲਾਂ ਦੇਣੀਆਂ ਸ਼ੁਰੂ ਕਰ ਦਿੰਦੀ ਹੈ। ਉਹ ਇਸ ਕਰਕੇ ਨਹੀਂ ਬੋਲਦੀ ਵੀ ਜਿਵੇਂ ਬੋਲਦੀ ਆ ਮਣਕਾ ਡਿੱਗੂਗਾ, ਉਹ ਅੱਧਾ ਘੰਟਾ 15 ਮਿੰਟ ਬੋਲਦੀ ਹੈ ਤੇ ਉਸ ਤੋਂ ਬਾਅਦ ਚੁੱਪ ਰਹਿੰਦੀ ਹੈ, ਤੇ ਉਹਨਾਂ ਦੀ ਲੜਾਈ ਖਤਮ ਹੋ ਜਾਂਦੀ ਆ। ਉਹ ਸਾਧ ਕੋਲੇ ਜਾਂ ਜਿਹੜੇ ਵੀ ਉਹ ਵਿਅਕਤੀ ਕੋਲੇ ਗਈ ਹੁੰਦੀ ਉੱਥੇ ਜਾਂਦੀ, ਉਹ ਕਹਿੰਦੀ ਬਾਬਾ ਜੀ ਬੜਾ ਕੰਮ ਦਾ ਜਿਹੜਾ ਮਣਕਾ ਸੀ, ਉਹ ਕਹਿੰਦਾ ਅਸਲ ਦੇ ਵਿੱਚ ਮਣਕਾ ਕੰਮ ਦਾ ਨਹੀਂ ਸੀ, ਤੁਹਾਡੀ ਜ਼ਮਾਨ ਦਾ ਕੰਮ ਆ, ਤੁਹਾਡੀ ਜ਼ਮਾਨ ਬੰਦ ਰਹੀ ਤੇ ਜਿਹੜੀ ਲੜਾਈ ਆ ਉਹ ਮਿਟ ਗਈ। ਖਾਸ ਤੌਰ ਤੇ ਇਹ ਵੀ ਹੁੰਦਾ ਹੈ, ਜਿਵੇਂ ਤੁਸੀਂ ਗੱਲ ਕੀਤੀ ਹੈ, ਛੋਟੇ ਛੋਟੇ ਮਸਲੇ ਹੁੰਦੇ ਨੇ ਵੱਟਾਂ ਨੂੰ ਲੈ ਕੇ, ਜੇ ਤਾਂ ਇੱਥੇ ਮਸਲੇ ਹੱਲ ਹੁੰਦੇ ਆ
ਠੀਕ ਹੈ ਨਹੀਂ, ਆਮ ਤੌਰ ਤੇ ਥਾਣਿਆਂ ਕਚਹਿਰੀਆਂ ਦੇ ਵਿੱਚ ਅਸੀਂ ਖਾਸ ਤੌਰ ਤੇ ਰੁਲਦੇ ਰਹਿੰਦੇ ਹਾਂ। ਜੇਕਰ ਪਹਿਲਾਂ ਦੇ ਸਮੇਂ 'ਚ ਤਾਂ ਇਹੀ ਹੁੰਦਾ ਸੀ ਸਰਪੰਚ ਦੀ ਮੰਨੀ ਵੀ ਜਾਂਦੀ ਸੀ ਤੇ ਉਹ ਮਸਲੇ ਜਿਹੜੇ ਸੁਲਝਾ ਲੈਂਦੇ। ਅੱਜ ਕੱਲ੍ਹ ਉਹ ਮਾਹੌਲ ਵੀ ਨਹੀਂ ਹੈਗਾ ਪਿੰਡਾਂ ਦਾ, ਮੰਨੀ ਵੀ ਨਹੀਂ ਜਾਂਦੀ। ਤਾਂ ਇਸ ਤੋਂ ਇਲਾਵਾ ਜਦੋਂ ਸਰਪੰਚੀ ਤੋਂ ਬਾਅਦ ਤੁਹਾਡੇ ਅੱਗੇ ਪਿੰਡ ਦੇ ਨੂੰ ਲੈ ਕੇ ਖਾਸ ਤੌਰ ਤੇ ਤੁਹਾਨੂੰ ਕੀ ਲੱਗਿਆ ਕਿ ਆਹ ਪਿੰਡ ਦੇ ਵਿੱਚ ਕਰਨ ਵਾਲਾ ਹੈਗਾ, ਜਾਂ ਆਹ ਪਿੰਡ ਦੇ ਵਿੱਚ ਵੱਡੀ ਕਮੀ ਹੈਗੀ ਆ, ਜਾਂ ਇਸ ਨੂੰ ਪਹਿਲਾਂ ਕਰ ਲਿਆ ਜਾਵੇ ਜਾਂ ਇਸ ਨੂੰ ਬਾਅਦ ਚੋਂ ਕਰ ਲਿਆ, ਜਾਂ ਫਿਰ ਲੋਕਾਂ ਦਾ ਉਮੀਦਾਂ ਹੁੰਦੀਆਂ ਕਿਉਂਕਿ ਤੁਸੀਂ ਯੰਗ ਸੀਗੇ, ਇੱਕ ਨੌਜਵਾਨ ਲੜਕੀ ਜਦੋਂ ਸਰਪੰਚ ਬਣੀ ਪਿੰਡ ਦੀ, ਹੋਰ ਵੀ ਉਮੀਦਾਂ ਵੱਧ ਜਾਂਦੀਆਂ ਕਿ ਸਾਡੀ ਪੜ੍ਹੀ ਲਿਖੀ ਧੀ ਜਿਹੜੀ ਹੈ ਸਰਪੰਚ ਬਣੀ ਆ। ਉਦੋਂ ਫਿਰ ਕਿਵੇਂ ਰਿਹਾ, ਲੋਕਾਂ ਦੀਆਂ ਡਿਮਾਂਡਾਂ ਕੀ ਸੀ, ਤੁਹਾਡੇ ਦਿਮਾਗ 'ਚ ਕੀ ਚੱਲਦਾ ਰਹਿੰਦਾ ਸੀ ਕਿ ਇਹ ਸਾਰੇ ਮਸਲੇ ਹੱਲ ਕਰ ਲਏ ਜਾਣ? ਇੱਥੇ ਥੋੜਾ ਹਮੇਸ਼ਾ ਹੀ ਫਰਕ ਰਿਹਾ। ਜਿਹੜੀ ਲੋਕਾਂ ਦੀ ਡਿਮਾਂਡ ਸੀਗੀ ਨਾ, ਉਹ ਸਾਰਿਆਂ ਦੀ ਗਲੀਆਂ ਹੀ ਸੀਗੀ। ਤਾਂ ਮੈਨੂੰ ਪਤਾ ਸੀ ਵੀ ਇਹ ਮੈਨੂੰ ਤੋਂ ਗਲੀਆਂ ਨੂੰ ਡਿਮਾਂਡ ਕਰਨਗੇ। ਮੈਂ ਹਰੇਕ ਨੂੰ ਹੱਸ ਕੇ ਕਹਿ ਦੇਣਾ, ਮੈਂ ਕਿਹਾ ਮੇਰੀ ਤਾਂ ਆਪਦੀ ਗਲੀ ਕੱਚੀ ਆ ਜੀ ਹਨਾ, ਵੀ ਆਪਾਂ ਗਲੀਆਂ ਨਹੀਂ ਬਣਾਉਂਦੇ, ਆਪਾਂ ਕੁਝ ਹੋਰ ਮੈਂ ਬਣਾਉਂਦੇ। ਤੁਹਾਡੀ ਗੱਲ ਕਰਦਾ, ਵੈਸੇ ਜਿੱਥੇ ਬੈਠੇ ਆ ਆਮ ਤੌਰ ਤੇ ਹੁੰਦਾ ਨਹੀਂ ਸਰਪੰਚਾਂ ਦਾ। ਅਸੀਂ ਸਰਪੰਚ ਸੈਸ਼ਨਦੀਪ ਹੋਣਿਆਂ ਦੇ ਘਰ ਦੇ ਅੱਗੇ ਬੈਠੇ ਆ, ਪੁਰਾਣਾ ਦਰਵਾਜ਼ਾ ਦੇਖ ਸਕਦੇ ਹੋ, ਪਰ ਤੁਹਾਡਾ ਘਰ ਕੱਚਾ ਨਹੀਂ। ਪਹਿਲਾਂ ਸਰਪੰਚ ਹੀ ਬਣਾਉਂਦਾ ਵੀ ਯਾਰ ਆਪਦੀ ਗਲੀ ਬਣਾ ਲਈਏ, ਬਾਅਦ ਚੋਂ ਬਾਕੀ ਦੀ ਗੱਲ ਕਰਦੇ। ਹਾਂਜੀ, ਈਵਨ ਸਾਡੇ ਗਲੀ ਵਾਲੇ, ਮੇਰੇ ਆਪਣੇ ਪਰਿਵਾਰ ਵੀ ਕਹਿੰਦਾ ਵੀ ਤੇਰੇ ਸਰਪੰਚ ਬਣੀ ਦਾ ਫਾਇਦਾ ਕੀ ਹੋਇਆ ਜੇ ਤੂੰ ਆਪਦੀ ਗਲੀ ਹੋਈ ਨਾ ਬਣਾਈ, ਪੱਕੀ ਨਾ ਕਰਾਈ, ਹੈਨਾ। ਤੇ ਮੈਂ ਕਿਹਾ ਵੀ ਇਹ ਚੀਜ਼ਾਂ ਹੋ ਜਾਣਗੀਆਂ ਕਿਉਂਕਿ ਇਹ ਕੋਈ ਵੱਡੀ ਗੱਲ ਨਹੀਂ ਪੱਕੀ ਹੋਣਾ ਤਾਂ, ਪਰ ਜਿਹੜਾ ਸਾਨੂੰ ਗਿਆਨ ਕਿਤਾਬਾਂ ਚੋਂ ਮਿਲਣਾ ਜਾਂ ਅਸੀਂ ਉਹ ਪੜ੍ਹ ਕੇ ਕਿਸ ਲੈਵਲ ਤੱਕ ਜਾਣਾ ਆਉਣ ਵਾਲੇ ਬੱਚਿਆਂ ਨੇ, ਉਹ ਚੀਜ਼ਾਂ ਕਿਤੇ ਨਾ ਕਿਤੇ ਇਫੈਕਟ ਕਰਦੀਆਂ। ਦੇਖੋ ਗਲੀਆਂ ਤਾਂ ਬਣ ਹੀ ਰਹੀਆਂ ਨਾ, ਆਪਾਂ ਨੂੰ ਪਤਾ ਇੰਨੇ ਸਾਲ ਹੋ ਗਏ, ਇੱਕ ਸਰਪੰਚ ਆਉਂਦਾ, ਦੂਜਾ ਆ ਕੇ ਫਿਰ ਬਣਾ ਲੈਂਦਾ, ਤੀਜਾ ਆ ਕੇ ਫਿਰ ਕਹਿ ਦਿੰਦਾ ਵੀ ਹਾਂਜੀ ਇਹ ਪੁਰਾਣੀ ਹੋ ਗਈ, ਇਹ ਅਦੜੀ ਖੁਦੜੀ ਹੋ ਗਈ, ਇਹਨਾਂ ਨੂੰ ਪੱਟੋ ਤੇ ਫਿਰ ਉਹ ਕਰੋ। ਪਰ ਫਿਰ ਮੈਨੂੰ ਲੱਗਦਾ ਹੁੰਦਾ ਵੀ ਯਾਰ ਕਿਉਂ ਨਹੀਂ ਅਸੀਂ ਸੋਚਦੇ ਵੀ ਹੋਰ ਚੀਜ਼ਾਂ ਪਿੰਡ 'ਚ ਕੀ ਕੀਤੀਆਂ ਜਾਣੀਆਂ। ਤਾਂ ਸਾਡੇ ਪਿੰਡ ਉੱਥੇ ਹੀ ਖੜੇ ਆ, ਗਲੀਆਂ ਨਾਲੀਆਂ ਤੋਂ ਅੱਗੇ ਵਧੇ ਹੀ ਨਹੀਂ। ਲਾਇਬ੍ਰੇਰੀਆਂ ਹੁਣ ਆ ਕੇ ਬਣੀ ਜਾਂਦੀਆਂ, ਕਿੱਥੇ ਉਦੋਂ ਬਣ ਜਾਣੀਆਂ ਚਾਹੀਦੀਆਂ ਇੰਨੇ ਸਾਲਾਂ ਦੇ ਵਿੱਚ। ਸਾਡੇ 'ਚ ਇਹ ਆਦਤ ਹੀ ਨਹੀਂ ਬਣੀ ਪੜ੍ਹਨ ਦੀ। ਹੁਣ ਅਸੀਂ ਕਹਿ ਰਹੇ ਹਾਂ ਕਿ ਜਿਹੜੇ ਬੱਚੇ ਉਹ ਨਸ਼ੇ ਕਰਦੇ ਆ, ਨਸ਼ੇ ਕਿਉਂ ਕਰਦੇ ਆ? ਮਾਂ ਪਿਓ ਨੇ ਉਹਨਾਂ ਨੂੰ ਲੱਤ ਹੀ ਨਹੀਂ ਲਾਈ ਪੜ੍ਹਨ ਦੀ, ਨਸ਼ਾ ਹੀ ਨਹੀਂ ਲਾਇਆ ਪੜ੍ਹਨ ਦਾ, ਕਿਉਂਕਿ ਮਾਂ ਪਿਓ ਖੁਦ ਨਹੀਂ ਪੜ੍ਹੇ। ਉਹ ਕਿਉਂ ਨਹੀਂ ਪੜ੍ਹੇ? ਕਿਉਂਕਿ ਉਹਨਾਂ ਨੂੰ ਨਹੀਂ ਪੜ੍ਹਾਇਆ ਗਿਆ। ਇਹ ਰੀਲ ਹੀ ਨਹੀਂ ਚੱਲੀ ਨਾ ਸਾਡੇ। ਹੁਣ ਮੈਨੂੰ ਪਿੱਛੇ ਜੇ ਕੇਰਲਾ ਜਾਣ ਦਾ ਮੌਕਾ ਮਿਲਿਆ, ਉੱਥੇ ਤਾਂ ਲੋਕ ਆਪਣੇ ਨਾਲੋਂ ਵੀ, ਮਤਲਬ ਜੇ ਮੈਂ ਕਹਾਂ ਤਾਂ ਸਾਦਗੀ 'ਚ ਹੈ, ਜਾਂ ਇਹ ਲਾ ਲਓ ਵੀ ਆਪਣੇ ਨੂੰ ਉਹਨਾਂ ਦਾ ਸਟੈਂਡਰਡ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਬਹੁਤ ਉਹ ਹੈ, ਪਰ ਉਹ ਲੋਕ ਪੜ੍ਹਾਈ 'ਚ ਅੱਗੇ ਨੇ। ਕੇਰਲਾ ਦੀ ਤਾਂ ਆਪਾਂ ਰੀਸ ਹੀ ਨਹੀਂ। ਲਾਇਬ੍ਰੇਰੀ ਉਹਨਾਂ ਦੇ ਹਰ ਘਰ ਦੇ ਵਿੱਚ ਲਾਇਬ੍ਰੇਰੀ, ਹਰ ਘਰ ਤੋਂ ਹਰ ਪਰਿਵਾਰ ਮੈਂਬਰ ਦੀ ਆਪਣੀ ਰੂਮ ਦੇ ਵਿੱਚ ਲਾਇਬ੍ਰੇਰੀ, ਉਹਨਾਂ ਦੀ ਬੁੱਕ ਕਲੈਕਸ਼ਨ ਹੈ। ਵੀ ਜਿਵੇਂ ਪਿਓ ਹੈ ਤਾਂ ਉਹਨਾਂ ਦੀ ਅਲੱਗ ਦੀ ਬੁੱਕ ਕਲੈਕਸ਼ਨ ਹੈ, ਮਦਰ ਦੀ ਆਪਦੇ ਇੰਟਰਸਟ ਦੇ ਹਿਸਾਬ ਨਾਲ ਹੈ, ਬੱਚਿਆਂ ਦੀ ਆਪਣੇ ਆ। ਤਾਂ ਸਾਡੇ ਹੈ ਹੀ ਨਹੀਂ। ਸਾਡੇ ਤਾਂ ਇਹ ਹੈ ਅਸਲ ਦੇ ਵਿੱਚ, ਪਿਤਾ ਜੀ ਦੀ ਅੱਡ ਗੱਡੀ ਹੈ, ਬੇਬੇ ਜੀ ਦੀ ਅੱਡ ਗੱਡੀ ਹੈ, ਬੱਚਿਆਂ ਦੀ ਅਲੱਗ ਗੱਡੀ ਹੈ, ਅਸੀਂ ਇੱਧਰ ਨੂੰ ਤੁਰ ਪਏ ਹਾਂ। ਤਾਂ ਫਿਰ ਅਸੀਂ ਅਸਲ ਦੇ ਵਿੱਚ ਖੋਖਲੇ ਹੋ ਗਏ ਹਾਂ, ਮੈਨੂੰ ਤਾਂ ਇਹ ਲੱਗਦਾ। ਠੀਕ ਹੈ, ਤੇ ਇਹਨਾਂ ਚੀਜ਼ਾਂ ਦੇ ਲਈ ਸਭ ਤੋਂ ਜ਼ਰੂਰੀ ਹੈ ਪੜ੍ਹਾਈ। ਫਿਰ ਇਸ ਕਰਕੇ ਮੈਂ ਲਾਇਬ੍ਰੇਰੀ ਪਿੰਡ ਦੇ ਵਿੱਚ ਲੈ ਕੇ ਆਈ, ਅਤੇ ਮੈਂ ਬੱਚਿਆਂ ਨੂੰ ਹਮੇਸ਼ਾ ਮੋਟੀਵੇਟ ਕਰਦੀ ਹਾਂ ਤੁਸੀਂ ਕਿਤਾਬਾਂ ਪੜ੍ਹੋ। ਔਰ ਵੱਡਿਆਂ 'ਚ ਦੇਖੋ ਆਦਤਾਂ ਪਾਉਣੀਆਂ ਔਖੀਆਂ ਨੇ, ਪਰ ਜਿਹੜੇ ਛੋਟੇ ਬੱਚੇ ਆ ਉਹਨਾਂ 'ਚ ਪਾਉਣੀਆਂ ਸੌਖੀਆਂ ਨੇ। ਇਸ ਲਈ ਉੱਥੇ ਬਾਲ ਸਾਹਿਤ ਵੀ ਹੈਗਾ, ਉਹਨਾਂ ਨੂੰ ਅਸੀਂ ਲੈ ਕੇ ਜਾਂਦੇ ਹਾਂ। ਔਰ ਉੱਥੇ ਇੱਕ ਮੈਂ ਲਾਇਬ੍ਰੇਰੀ ਦੇ ਵਿੱਚ ਨਾ ਅਸੀਂ LCD ਵੀ ਲਗਾਈ ਹੈ, ਤਾਂ ਕਿ ਬੱਚਿਆਂ ਨੂੰ ਆਪਾਂ ਨਾ ਸੋਸ਼ਲ ਇਸ਼ੂਜ਼ ਦੇ ਉੱਪਰ ਮੂਵੀਜ਼ ਦਿਖਾ ਸਕੀਏ। ਤਾਂ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੀ ਸੁਸਾਇਟੀ ਦੇ ਵਿੱਚ ਕੁਛ ਇਸ਼ੂਜ਼ ਨੇ, ਜਿਵੇਂ ਚਾਈਲਡ ਲੇਬਰ ਹੋ ਗਿਆ, ਜਾਂ ਬੱਚਿਆਂ ਨਾਲ ਸੈਕਸ਼ੂਅਲ ਹਰਾਸਮੈਂਟ ਹੁੰਦੀ ਆ, ਹੈ ਨਾ, ਜਾਂ ਰੇਪ ਵਰਗੀਆਂ ਬਿਮਾਰੀਆਂ, ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੋਵੇ। ਇੱਕ ਸਕੂਲ ਦੇ ਵਿੱਚ ਵੀ ਈਵਨ ਤਾਂ ਹੁਣ ਇਹ ਕਨਸੈਪਟ ਆ ਗਿਆ, ਬੈਡ ਟੱਚ ਗੁੱਡ ਟੱਚ ਬਾਰੇ ਦੱਸਿਆ ਜਾਵੇ ਬੱਚਿਆਂ ਨੂੰ। ਤਾਂ ਮੈਂ ਚਾਹੁੰਦੀ ਹਾਂ ਉਹਨਾਂ ਨੂੰ ਇਹ ਚੀਜ਼ਾਂ ਪਤਾ ਲੱਗਣ, ਜਾਗਰੂਕ ਹੋਣ, ਆਵਾਜ਼ ਚੁੱਕਣ, ਜੇ ਕਿਸੇ ਨਾਲ ਗਲਤ ਹੁੰਦਾ ਸਹਿਣ ਨਾ ਕਰਨ। ਤੇ ਇਹ ਇੰਪਰੂਵਮੈਂਟ ਤਾਂ ਹੀ ਹੋਊਗੀ ਜੇ ਇਹੋ ਜਿਹੀਆਂ ਅਸੀਂ ਪੜ੍ਹਾਈਆਂ, ਇਹੋ ਜਿਹੀਆਂ ਗੱਲਾਂ ਆਮ ਲੋਕਾਂ ਨਾਲ, ਆਮ ਬੱਚਿਆਂ ਦੇ ਨਾਲ ਕਰਾਂਗੇ। ਆਉਣ ਵਾਲੇ ਸਮੇਂ ਲਈ ਇਹ ਜ਼ਰੂਰੀ ਹੈ। ਇੱਕ ਸਰਪੰਚ ਤਾਂ ਬੜਾ ਲਾਂਭਾ ਹੁੰਦਾ, ਜਦੋਂ ਸਰਪੰਚ ਚੁਣ ਲਿਆ ਜਾਂਦਾ, ਉਹ ਕਹਿੰਦਾ ਯਾਰ ਦੇਖੋ ਮੈਂ ਕੀ ਕਰ ਸਕਦਾ, ਸਰਕਾਰ ਨੇ ਉਹ ਨਹੀਂ ਕੀਤਾ, ਸਰਕਾਰ ਨੇ ਇਹ ਨਹੀਂ ਕੀਤਾ। ਸਰਕਾਰ ਤੁਹਾਡੇ ਵੇਲੇ ਵੀ ਕਾਂਗਰਸ ਦੀ ਰਹੀ, ਹੁਣ ਆਮ ਆਦਮੀ ਪਾਰਟੀ ਹੈ। ਤੁਹਾਡੇ ਕੋਲੇ ਉਹ ਕਿਹੜੇ ਨੁਕਤੇ ਸੀ ਜਿਹੜੇ ਤੁਸੀਂ ਛੋਟੇ ਕੰਮ ਕਰਵਾ ਲਏ ਲਾਇਬ੍ਰੇਰੀ ਤੇ, ਤੁਸੀਂ ਵੱਡੇ ਫੰਡ ਜਿਹੜੇ ਉਹ ਖਰਚੇ ਕੀਤੇ ਹੋਰ ਵੀ ਕੰਮਾਂ ਤੇ, ਮਤਲਬ ਉਹ ਕਿਹੜੇ ਤਰੀਕੇ ਸੀ, ਜਾਂ ਨਰੇਗਾ ਦੀ ਵੀ ਉਹਦੇ ਵਿੱਚ ਸ਼ਾਮਲ ਸੀ, ਜਾਂ ਉਹ ਕਿਹੜੇ ਤਰੀਕੇ ਸੀ ਸੈਸ਼ਨਦੀਪ ਹੋਣਿਆਂ ਕੋਲੇ ਜਿਹਦੇ ਨਾਲ ਇਹ ਕੰਮ ਹੁੰਦੇ ਰਹੇ? ਸਭ ਤੋਂ ਪਹਿਲਾਂ ਤਾਂ ਮੇਰੀ ਡਿਪਾਰਟਮੈਂਟ ਨੇ ਹੈਲਪ ਕੀਤੀ ਹੈ, ਚਾਹੇ ਉਹ BDO ਹੋਣ, ਚਾਹੇ ਸਾਡੇ ADC ਸਰ ਹੋਣ, IS ਪਰਮਵੀਰ, ਤੇ ਉਹਨਾਂ ਨੇ ਬਹੁਤ ਹੈਲਪ ਕੀਤੀ ਹੈ। ਕਿਉਂਕਿ ਜਦੋਂ ਮੈਂ ਉਹਨਾਂ ਨੂੰ ਜਾ ਕੇ ਲਾਇਬ੍ਰੇਰੀ ਬਾਰੇ ਇਹ ਦੱਸਿਆ ਨਾ, ਮੈਂ ਕਿਹਾ ਸਰ, ਮੈਂ ਨਕਸ਼ਾ ਲੈ ਗਈ ਉਹਨਾਂ ਕੋਲੇ, ਮੈਂ ਕਿਹਾ ਮੈਂ ਆਹ ਬਣਾਉਣਾ, ਮੇਰੇ ਕੋਲੇ 3 ਲੱਖ ਹੀ ਫੰਡ ਆਇਆ, ਬਟ ਇਹ 8 ਲੱਖ 'ਚ ਬਣ ਰਹੀ ਹੈ।
ਮੈਨੂੰ ਫੰਡ ਚਾਹੀਦੇ ਆ। ਤੇ ਜਦੋਂ ਹੋਣੀ ਹੋਵੇ ਚੀਜ਼, ਜਦੋਂ ਤੁਸੀਂ ਬੜੇ ਸੱਚੇ ਦਿਲੋਂ ਲੱਗੇ ਹੋ ਨਾ, ਕਹਿੰਦੇ ਕੁਦਰਤ ਵੀ ਇਹ ਕਾਇਨਾਤ ਵੀ ਨਾਲ ਲੱਗ ਜਾਂਦੀ ਹੈ ਤੁਹਾਡੇ ਚੀਜ਼ ਦੀ, ਤੇ ਉਹਨਾਂ ਨੇ ਨਾਲ ਦੀ ਨਾਲ ਕਹਿਤਾ ਹੋ ਜੂਗੀ, ਤੁਸੀਂ ਕੰਮ ਸ਼ੁਰੂ ਕਰਾਓ। ਉਹਨਾਂ ਨੇ ਫੰਡਸ ਅਰੇਂਜ ਕੀਤੇ, ਸਾਨੂੰ ਫੰਡਸ ਮਿਲੇ। ਫਿਰ ਉਸ ਤੋਂ ਬਾਅਦ ਬੁੱਕਸ, ਕਿਉਂਕਿ ਹੁਣ ਲਾਇਬ੍ਰੇਰੀ ਮੈਂ ਲਾਇਬ੍ਰੇਰੀਅਨ ਤਾਂ ਹਾਂ ਨਹੀਂ, ਮੈਂ ਤਾਂ ਸਰਪੰਚ ਹਾਂ, ਮੈਨੂੰ ਨਹੀਂ ਪਤਾ ਕੀ ਹੋਣਾ ਚਾਹੀਦਾ, ਕਿਹੜੀ ਕਲੈਕਸ਼ਨ ਹੋਣੀ ਚਾਹੀਦੀ ਹੈ। ਇਹ ਚੀਜ਼ ਵੀ ਮੈਂ ਉਹਨਾਂ ਨੂੰ ਕਹੀ। ਮੈਂ ਕਿਹਾ ਸਰ ਵੀ ਤੁਸੀਂ ਮੈਨੂੰ ਬੁੱਕਸ ਵੀ ਅਰੇਂਜ ਕਰਕੇ ਦਿਓ। ਫਿਰ ਉਹਨਾਂ ਨੇ ਦਿੱਲੀ ਤੋਂ ਕੀਤੀਆਂ, ਫੰਡਸ ਵੀ ਖੁਦ ਕੀਤੇ। ਫਿਰ ਫਰਨੀਚਰ ਦਾ ਇਸ਼ੂ ਹੋਇਆ ਵੀ ਫਰਨੀਚਰ ਜਦੋਂ ਆਪਾਂ ਕੁਝ ਕਰਦੇ ਆਪਾਂ ਸਿੱਖਣਾ ਹੀ ਆ ਦੂਜਿਆਂ ਤੋਂ, ਹੈ ਨਾ। ਫਿਰ ਉਹਨਾਂ ਨੇ ਉਹ ਵੀ ਅਰੇਂਜਮੈਂਟ ਕੀਤਾ। ਔਰ ਇਸ ਦੇ ਵਿੱਚ ਬਹੁਤ ਸਹਿਯੋਗ ਸਾਡੇ ਪੰਚਾਇਤ ਸੈਕਟਰੀ ਪਰਮਜੀਤ ਸਿੰਘ ਭੁੱਲਰ ਜੀ ਦਾ ਰਿਹਾ। ਉਹਨਾਂ ਨੇ ਬੜੀ ਮਿਹਨਤ ਦੇ ਨਾਲ ਹੀ ਇਹ ਡਿਜ਼ਾਈਨ ਬਣਵਾਇਆ। ਤੇ ਉਹਨਾਂ ਨੇ ਮਤਲਬ ਉਹ ਕਹਿੰਦੇ ਵੀ ਆਪਾਂ ਕਿਹੋ ਜਿਹਾ ਡਿਜ਼ਾਈਨ ਬਣਾਈਏ। ਉਹ ਵੀ ਤੁਸੀਂ ਦੇਖੋਗੇ, ਉਹ ਵੀ ਸਾਡਾ ਨਾ ਜਿਵੇਂ ਮਾਲਵੇ ਖੇਤਰ ਨੂੰ ਉਹ ਰੱਖਦਾ, ਹਵੇਲੀ ਟਾਈਪ ਕੁਝ ਇਦਾਂ ਦਾ ਅਸੀਂ ਡਿਜ਼ਾਈਨ ਲੈਤਾ। ਤਾਂ ਮੈਂ ਚਾਹੁੰਦੀ ਸੀ ਉਹਦੇ ਵਿੱਚੋਂ ਸਾਡਾ ਵਿਰਸਾ ਵੀ ਦਿਖੇ ਜੀ। ਤਾਂ ਇਸ ਤਰ੍ਹਾਂ ਉਹ ਡਿਜ਼ਾਈਨ ਹੋਇਆ। ਫਿਰ ਜਦੋਂ ਸਰ ਨੂੰ ਦਿਖਾਇਆ, ਸਾਡੇ ADCD, ਉਹਨਾਂ ਨੂੰ ਬਹੁਤ ਪਸੰਦ ਆਇਆ ਔਰ ਲਾਇਬ੍ਰੇਰੀ ਸ਼ੁਰੂ ਹੋ ਗਈ। ਫਿਰ ਲਾਇਬ੍ਰੇਰੀ ਬਣ ਗਈ, ਜਿੱਤੇ ਕੁੱਲ ਖਰਚਾ 12 ਲੱਖ ਰੁਪਏ ਦਾ ਆਇਆ। ਔਰ ਨਰੇਗਾ ਨਾਲ ਤਾਂ ਹਰੇਕ ਚੀਜ਼ ਹੈ ਜਿਹੜੀ ਕਨਵਰਜ ਕੀਤੀ ਜਾਂਦੀ ਹੈ। ਔਰ ਬਹੁਤ ਸਾਰੇ ਪ੍ਰੋਜੈਕਟਸ ਆ ਜਿਹੜੇ ਨਰੇਗਾ ਦੇ ਵਿੱਚ ਕੀਤੇ ਜਾਂਦੇ ਆ। ਬਾਕੀ ਜਿਹੜਾ ਦੂਸਰਾ ਪ੍ਰੋਜੈਕਟਸ ਮੈਂ ਕੀਤੇ ਉਹ ਸਵੱਛ ਭਾਰਤ ਮਿਸ਼ਨ ਦੇ ਵਿੱਚ ਕੀਤੇ ਜਾਂਦੇ ਆ। ਇਹ ਸਕੀਮ ਹੈ ਸੈਂਟਰ ਸਰਕਾਰ ਦੀ। ਔਰ ਇਹਦੇ ਵਿੱਚ ਕੀ ਹੁੰਦਾ ਕਿ ਜਿਵੇਂ ਆਪਣੇ ਸੋਕੇਜ ਪਿਟਸ ਵਗੈਰਾ ਬਣਦੇ ਹੈਗੇ ਘਰ ਘਰ ਦੇ ਵਿੱਚ, ਜਾਂ ਸਾਂਝੀਆਂ ਥਾਵਾਂ 'ਤੇ ਤੁਸੀਂ ਬਣਾ ਸਕਦੇ ਹੋ। ਜਿਹੜਾ ਆਪਣਾ ਪਾਣੀ ਹੈ ਨਾਲੀਆਂ ਦਾ, ਉਹ ਆਪਾਂ ਮਤਲਬ ਗ੍ਰੇ ਵਾਟਰ ਹੈ ਜਿਹੜਾ, ਉਹਨੂੰ ਪਿਊਰੀਫਾਈ ਕਰਕੇ ਤੁਸੀਂ ਥੱਲੇ ਧਰਤੀ ਵਿੱਚ ਭੇਜ ਸਕਦੇ ਹੋ। ਠੀਕ ਹੈ। ਦੂਸਰਾ ਚੀਜ਼ ਆਉਂਦੀ ਹੈ ਸੋਲਿਡ ਵੇਸਟ ਮੈਨੇਜਮੈਂਟ। ਉਹ ਵੀ ਸਵੱਛ ਭਾਰਤ ਮਿਸ਼ਨ ਤੇ ਤੁਹਾਡੇ ਫਾਈਨੈਂਸ ਕਮਿਸ਼ਨ ਇਹਨਾਂ ਨਾਲ ਕਨਵਰਜ ਹੋ ਜਾਂਦਾ ਹੈਗਾ। ਠੀਕ ਹੈ ਜੀ। ਫਿਰ ਇਸ ਤੋਂ ਬਾਅਦ ਅਸੀਂ ਤੀਜਾ ਪਲਾਸਟਿਕ ਵੇਸਟ ਦਾ ਵੀ ਉੱਧਰੋਂ ਹੀ ਸ਼ੁਰੂ ਕੀਤਾ ਜਾ ਰਿਹਾ। ਤਾਂ ਫੰਡਸ ਆ ਰਹੀ ਹੈ, ਸਕੀਮਾਂ ਬਹੁਤ ਚੱਲ ਰਹੀਆਂ ਨੇ। ਪਰ ਇਹ ਹੈ ਵੀ ਅਸੀਂ ਆਹ ਚੀਜ਼ਾਂ ਆਪਣੇ ਪਿੰਡ 'ਚ ਕਰਨਾ ਹੀ ਨਹੀਂ ਚਾਹੁੰਦੇ। ਈਵਨ ਮੇਰੇ ਪਿੰਡ ਦੇ ਲੋਕ ਵੀ ਕਹਿੰਦੇ ਆ ਵੀ ਕੂੜੇ ਵਾਲੇ ਨੂੰ ਪਿੰਡ 'ਚ ਕਿਉਂ ਲਾਇਆ, ਆਪਾਂ ਰੂੜੀਆਂ 'ਤੇ ਸਿੱਟੀ ਜਾਓ। ਅਸੀਂ ਬਦਲਣਾ ਹੀ ਨਹੀਂ ਚਾਹੁੰਦੇ ਅਸਲ ਦੇ ਵਿੱਚ। ਮੈਂ ਇਹ ਚਾਹੁੰਦੀ ਹਾਂ ਕਿ ਇਹ ਚੀਜ਼ਾਂ ਹੁਣ ਸਾਫ਼ ਸਫਾਈ ਹੋਵੇ ਪਿੰਡ ਦੇ ਵਿੱਚ, ਸਫਾਈ ਵਾਲਾ ਹੋਵੇ, ਸਫਾਈ ਵਾਲਾ ਘਰਾਂ 'ਚੋਂ ਕੂੜਾ ਲੈ ਕੇ ਜਾਵੇ। ਠੀਕ ਹੈ। ਉਹ ਪਲਾਸਟਿਕ ਤਾਂ ਐਟਲੀਸਟ ਉਹ ਲੈ ਜਾਣ। ਉਹ ਕਿੱਥੇ ਜਾ ਰਿਹਾ? ਉਹ ਗਲੀਆਂ ਨਾਲੀਆਂ 'ਚ ਜਾ ਰਿਹਾ। ਜੇ ਮੈਂ ਘਰ ਘਰ ਜਾ ਕੇ ਅਸੀਂ ਲੋਕਾਂ ਨੂੰ ਸਮਝਾਈਦਾ ਵੀ ਹੈ। ਇਸ ਦੇ ਵਿੱਚ ਨਾ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਬਹੁਤ ਮਦਦ ਕੀਤੀ ਜਾ ਰਹੀ ਹੈ, ਹਰੇਕ ਪਿੰਡਾਂ ਦੇ ਵਿੱਚ ਕੀਤੀ ਜਾ ਰਹੀ ਹੈ। ਤੇ ਉਹ ਵੀ ਘਰ ਘਰ ਜਾ ਕੇ ਲੋਕਾਂ ਨੂੰ ਸਮਝਾਉਂਦੇ ਆ ਵੀ ਤੁਸੀਂ ਇੱਦਾਂ ਕੂੜਾ, ਗਿੱਲਾ ਕੂੜਾ, ਸੁੱਕਾ ਕੂੜਾ ਅਲੱਗ ਪਾਇਆ ਕਰੋ। ਪਰ ਲੋਕ ਕਹਿੰਦੇ ਸਾਡੇ ਘਰੇ ਕੂੜਾ ਹੀ ਹੈ ਨਹੀਂ ਜੀ। ਹੈਰਾਨੀ ਦੀ ਗੱਲ ਉਦੋਂ ਹੁੰਦੀ ਹੈ ਜਦੋਂ ਕੂੜਾ ਹੈ ਨਹੀਂ ਕਹਿ ਕੇ ਲੋਕ ਕਰਦੇ ਆ। ਕਿਉਂਕਿ ਮੈਨੂੰ ਪਤਾ ਕੋਈ ਵੀ ਆਪਣੇ ਇਹ ਜਿਹਾ ਟਰੈਂਡ ਤਾਂ ਚੱਲਿਆ, ਜਿਵੇਂ ਪਹਿਲਾਂ ਹੁੰਦਾ ਸੀ ਬਾਜ਼ਾਰ ਚੱਲਿਆ ਝੋਲਾ ਲੈ ਕੇ ਜਾਂਦੇ ਸੀ, ਹੈ ਨਾ। ਉਹ ਟਰੈਂਡ ਹੀ ਖਤਮ ਹੋ ਗਿਆ। ਤੇ ਅਸੀਂ ਝੋਲੇ ਵੀ ਡਿਸਟਰੀਬਿਊਟ ਕੀਤੇ ਤਾਂ ਕਿ ਉਹਦਾ ਮਕਸਦ ਕੀ ਸੀਗਾ ਕਿ ਲੋਕ ਝੋਲੇ ਲੈ ਕੇ ਜਾਣ। ਅਸੀਂ ਹੁਣ ਇਹ ਕਲਚਰ ਅਪਣਾਈਏ, ਵਾਪਸ ਆਪਣੇ ਵਿਰਸੇ ਵੱਲ ਜਾਈਏ। ਵੀ ਜਦੋਂ ਅਸੀਂ ਸੋਹਣੇ ਸੋਹਣੇ ਕਢਾਈਆਂ ਵਾਲੇ ਇੰਨੇ ਸੋਹਣੇ ਝੋਲੇ ਹੁੰਦੇ ਸੀਗੇ ਵੀ ਉਹ ਲੈ ਕੇ ਜਾਂਦੇ ਸੀ, ਹੁਣ ਉਹ ਪਲਾਸਟਿਕ ਨੇ ਜਗ੍ਹਾ ਲੈ ਲਈ। ਇਹ ਤਾਂ ਤੁਹਾਡੀ ਗੱਲ ਮੈਂ ਕੱਟ ਰਿਹਾ। ਜੇਕਰ ਕਿਸੇ ਦੇ ਝੋਲਾ ਹੱਥ 'ਚ ਦੇਖਿਆ ਜਾਂਦਾ ਤਾਂ ਉਹਨੂੰ ਅਨਪੜ੍ਹ ਦਾ ਦਰਜਾ ਦੇ ਦਿੱਤਾ ਜਾਂਦਾ, ਜੀ ਅਨਪੜ੍ਹ ਹੈ। ਯਾਨੀ ਕੁਝ ਗੱਲਾਂ ਜਿਹੜੀਆਂ ਅਨਪੜ੍ਹਤਾ ਨਾਲ ਐਵੇਂ ਜੋੜ ਦਿੱਤੀਆਂ ਜਾਂਦੀਆਂ, ਜਿਹੜੀਆਂ ਕਿ ਸਾਡੇ ਲਈ ਬਹੁਤ ਲਾਹੇਵੰਦ ਹੈ। ਤੇ ਮੈਂ ਤਾਂ ਕਹਿੰਦੀ ਹਾਂ ਪਲਾਸਟਿਕ ਲਿਜਾਣਾ ਅਨਪੜ੍ਹਤਾ। ਮਤਲਬ ਤੁਸੀਂ ਪਲਾਸਟਿਕ ਸਾਡੇ ਲਈ ਇਹ ਜ਼ਹਿਰ ਹੈ, ਤੁਸੀਂ ਜਾਣਦੇ ਹੀ ਨਹੀਂ। ਤੇ ਝੋਲਾ ਸਾਡੇ ਲਈ ਜ਼ਹਿਰ ਨਹੀਂ ਹੈ, ਉਹ ਸਾਡਾ ਵਿਰਸਾ ਹੈ, ਅਮੀਰ ਵਿਰਸਾ ਹੈ। ਬਿਲਕੁਲ। ਤਾਂ ਮਤਲਬ ਫਿਰ ਅਨਪੜ੍ਹਤਾ ਕਿੱਥੇ ਹੋਈ? ਤੁਹਾਨੂੰ ਪਤਾ ਹੋਊਗਾ ਹੁਣ ਸਟੱਡੀ ਆਈ ਹੈ ਇੱਕ, ਜਿਹਦੇ ਵਿੱਚ ਜਿਹੜਾ ਰੌਕ ਹੁੰਦਾ ਨਾ ਉਹਦੇ ਵਿੱਚ ਵੀ ਪਲਾਸਟਿਕ ਮਿਲਿਆ। ਮਤਲਬ ਮਾਈਕਰੋ ਪਲਾਸਟਿਕ ਕਿੱਥੋਂ ਕਿਸ ਲੈਵਲ ਤੱਕ ਪਹੁੰਚ ਗਿਆ, ਸਾਡੇ ਸਰੀਰਾਂ 'ਚ ਪਹੁੰਚ ਗਿਆ। ਹੁਣ ਉਹ ਕਿਵੇਂ ਪਹੁੰਚਦਾ? ਸਮੁੰਦਰਾਂ 'ਚ ਜਾਂਦਾ, ਉੱਥੇ ਛੋਟੇ ਛੋਟੇ ਟੁਕੜਿਆਂ 'ਚ ਹੁੰਦਾ। ਮੱਛੀਆਂ ਉਹਨਾਂ ਨੂੰ ਖਾਈ ਜਾਂਦੀਆਂ, ਅਸੀਂ ਮੱਛੀਆਂ ਨੂੰ ਖਾਈ ਜਾਂਦੇ ਹਾਂ। ਤੇ ਉਹ ਕਿਸ ਲੈਵਲ ਤੱਕ ਜਾਈ ਜਾਂਦਾ? ਕੈਂਸਰ ਤਾਂ ਹੋਣਾ ਹੀ ਹੈ, ਬਿਮਾਰ ਤਾਂ ਅਸੀਂ ਹੋਣਾ ਹੀ ਹੈ। ਪਰ ਫਿਰ ਇਹ ਜਦੋਂ ਚੀਜ਼ਾਂ ਅਸੀਂ ਨਹੀਂ ਸਮਝ ਰਹੇ ਤਾਂ ਇਹਦਾ ਮਤਲਬ ਅਨਪੜ੍ਹ ਆਪਾਂ ਹੀ ਆ। ਬਿਲਕੁਲ। ਝੋਲੇ ਵਾਲਾ ਬੰਦਾ ਪੜ੍ਹਿਆ ਲਿਖਿਆ ਹੀ ਆ ਜਿਹੜਾ ਇਸ ਚੀਜ਼ ਨੂੰ, ਇਸ ਗਹਿਰਾਈ ਨੂੰ ਸਮਝ ਰਿਹਾ। ਬਿਲਕੁਲ। ਤੇ ਫਿਰ ਉਹ ਤਾਂ ਆਪਾਂ ਨੂੰ ਹੀ ਸੋਚਣ ਦੀ ਲੋੜ ਹੈ। ਜਦੋਂ ਤੁਹਾਡੇ ਇੰਟਰਵਿਊ ਨੂੰ ਬਹੁਤ ਸਾਰੀਆਂ ਜਿਹੜੀਆਂ ਤੁਹਾਡੀ ਹਮ ਉਮਰ ਦੀਆਂ ਕੁੜੀਆਂ ਹੋਣਗੀਆਂ ਉਹ ਦੇਖਦੀਆਂ, ਕਈਆਂ ਨੂੰ ਲੱਗਦਾ ਹੁੰਦਾ ਵੀ ਅਸੀਂ ਪਿੰਡ ਦੀ ਸਰਪੰਚੀ ਜਾਂ ਫਿਰ ਹੋਰ ਕਿਸੇ ਅਹੁਦੇ 'ਤੇ ਰਹਿ ਕੇ ਜਾਂ ਅਹੁਦੇ 'ਤੇ ਬਿਰਾਜਮਾਨ ਹੋ ਕੇ ਅਸੀਂ ਵੀ ਪਿੰਡ ਦੀ ਜਿਹੜੀ ਸੇਵਾ ਉਹ ਕਰ ਲਈਏ, ਤਾਂ ਕੀ ਕਹੋਗੇ ਖਾਸ ਤੌਰ 'ਤੇ ਕੁੜੀਆਂ ਦੇ ਲਈ ਕਿਹੜੀਆਂ ਗੱਲਾਂ ਜ਼ਰੂਰੀ ਨੇ, ਜਾਂ ਕਿਸ ਤਰ੍ਹਾਂ ਉਹ ਪਿੰਡਾਂ ਦੇ ਵਿੱਚ ਵਿਚਰ ਸਕਦੀਆਂ, ਜਾਂ ਫਿਰ ਕਿਹੜੇ ਕੰਮ ਨੇ ਜਿਹੜੇ ਖਾਸ ਤੌਰ 'ਤੇ ਪਿੰਡਾਂ ਦੇ ਲੋਕਾਂ ਦੇ ਲਈ ਕਰ ਸਕਦੀਆਂ? ਸਭ ਤੋਂ ਪਹਿਲਾਂ ਜਿਹੜੇ ਅਸੀਂ ਸਮਾਜ ਲਈ ਕੰਮ ਕਰਨੇ ਆ ਨਾ, ਉਹਦੇ ਲਈ ਅਹੁਦਿਆਂ ਦੀ ਜ਼ਰੂਰਤ ਹੈ ਨਹੀਂ।
ਚਲੋ ਜੇ ਤੁਸੀਂ ਅਹੁਦਾ ਲੈਣਾ ਹੈ ਲਓ, ਉਹ ਤੁਹਾਡੀ ਆਪਣੀ ਸਵੈ ਇੱਛਾ ਹੈ। ਜੀ ਪਰ ਜਿਵੇਂ ਮੈਂ ਗੱਲ ਇਹਦੀ ਕਰਦੀ ਹਾਂ, ਰੁੱਖ ਲਗਾਉਣ ਦੀ ਗੱਲ ਕਰਦੀ ਹਾਂ, ਅਸੀਂ ਵੀ ਆਪਣੇ ਪਿੰਡ ਦੇ ਵਿੱਚ ਜੰਗਲ ਲਗਵਾਇਆ, ਠੀਕ ਹੈ, ਰੁੱਖ ਲਗਵਾਏ ਨੇ। ਜਾਂ ਅਸੀਂ ਗੱਲ ਕਰਦੇ ਹਾਂ ਆਪਾਂ ਪਲਾਸਟਿਕ ਦੀ, ਇਹ ਤਾਂ ਅਸੀਂ ਆਪਣੀ ਨਿੱਜੀ ਜ਼ਿੰਦਗੀ 'ਚ ਹੀ ਬਦਲਾਵ ਕਰਨੇ ਆ। ਔਰ ਸਪੈਸ਼ਲੀ ਜੇ ਕੁੜੀਆਂ ਦੀ ਤਾਂ ਉਹ ਮਤਲਬ ਆਪਣੇ ਹਾਲੇ ਵੀ ਚਲੋ ਕਲਚਰ ਇਹ ਹੈਗਾ ਕਿ ਰਸੋਈ ਦੇ ਵਿੱਚ ਉਹ ਹੀ ਕੰਮ ਕਰਦੀਆਂ ਨੇ, ਤਾਂ ਇਹਨਾਂ ਚੀਜ਼ਾਂ ਨੂੰ ਆਪਣੀ ਰਸੋਈ 'ਚੋਂ ਕੱਢਣਾ ਚਾਹੀਦਾ। ਔਰ ਜੇ ਦੂਸਰੀ ਗੱਲ ਮੈਂ ਇਹੀ ਕਹਿਣਾ ਚਾਹੂੰਗੀ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਬਦਲਾਵ ਲੈ ਕੇ ਆਓ ਪਹਿਲੀ। ਤਾਂ ਦੂਜੀ ਗੱਲ ਇਹ ਕਿ ਤੁਸੀਂ ਕਦੇ ਕਿਸੇ ਨੂੰ ਆਪਦੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝੋ। ਇਹ ਜਿਹੜੀ ਸਾਡੇ ਸਮਾਜ ਦੇ ਵਿੱਚ ਫੈਲੀ ਹੋਈ ਹੈ ਨਾ, ਇੱਕ ਮੈਂ ਕਹੂੰਗੀ ਮਤਲਬ ਬਿਮਾਰੀ ਹੀ ਲਾ ਲਓ, ਕਿ ਅਸੀਂ ਆਪਦੇ ਦਿਮਾਗ 'ਚ ਆਪ ਹੀ ਸੋਚੀ ਜਾਂਦੇ ਹਾਂ ਵੀ ਫਲਾਨੀ ਚੀਜ਼ ਮੈਂ ਇਸ ਕਰਕੇ ਨਹੀਂ ਕਰ ਸਕਦੀ ਕਿਉਂਕਿ ਮੈਂ ਕੁੜੀ ਹਾਂ। ਇਹੋ ਜਿਹਾ ਕੁਛ ਨਹੀਂ ਹੈ। ਸਾਡੇ ਕੋਲੇ ਅੱਜ ਐਗਜ਼ਾਮਪਲਸ ਹੈਗੀਆਂ ਨੇ, ਠੀਕ ਹੈ, ਚਾਹੇ ਤੁਸੀਂ ਪੁਲਾੜ ਯਾਤਰੀ ਦੀ ਲਾ ਲਓ, ਸਪੇਸ ਤੇ ਹੋ ਗਏ, ਚਾਹੇ IAS ਆਫਿਸਰਸ ਹੋ ਗਏ, ਪ੍ਰੈਜ਼ੀਡੈਂਟ ਹੋ ਗਏ, ਪ੍ਰਾਈਮ ਮਿਨਿਸਟਰ ਹੋ ਗਏ, ਤੇ ਈਵਨ ਬਹੁਤ ਵਧੀਆ ਢੰਗ ਨਾਲ ਕੰਮ ਕੀਤੇ ਜਾ ਰਹੇ। ਔਰ ਬਹੁਤ ਸਾਰੇ ਫਿਲਾਸਫਰ ਤਾਂ ਇਹ ਕਹਿੰਦੇ ਆ ਵੀ ਜਿਹੜੀਆਂ ਲੜਾਈਆਂ ਹੁੰਦੀਆਂ ਨੇ ਨਾ, ਇਹ ਬੰਦਿਆਂ ਦੀਆਂ ਉਪਜੀਆਂ ਹੋਈਆਂ, ਵੀ ਜੇ ਔਰਤਾਂ ਚਲਾਉਣ ਤਾਂ ਇਹ ਹੋਣ ਹੀ ਨਾ। ਜਿਹੜੀਆਂ ਜੰਗਾਂ ਲੱਗਦੀਆਂ, ਜਿਵੇਂ ਰਸ਼ੀਆ ਦੀ ਜੰਗ ਲੱਗੀ, ਤੇ ਕਿਤੇ ਨਾ, ਕਿਉਂਕਿ ਔਰਤਾਂ 'ਚ ਕੀ ਹੈ ਨਾ, ਇੱਕ ਤਾਂ ਸਹਿਨਸ਼ੀਲਤਾ ਬਹੁਤ ਜ਼ਿਆਦਾ ਹੁੰਦੀ ਹੈ, ਦੂਜੀ ਉਹ ਮਮਤਾ ਦੀਆਂ ਭਰੀਆਂ ਹੁੰਦੀਆਂ, ਪਿਆਰ ਦੀਆਂ ਭਰੀਆਂ ਹੁੰਦੀਆਂ। ਤਾਂ ਆਪਾਂ ਹਰੇਕ ਚੀਜ਼ ਨੂੰ ਮਤਲਬ ਇਹ ਨਹੀਂ ਕਹਿ ਸਕਦੇ ਕਿ ਉਹ ਕਿਸ ਤੋਂ ਘੱਟ ਆ, ਨਹੀਂ, ਉਹਨਾਂ 'ਚ ਇਹ ਗੁਣ ਹੁੰਦੇ ਆ, ਔਰ ਇਹ ਗੁਣ ਕੁਦਰਤੀ ਪਾਈ ਜਾਂਦੇ, ਉਹ ਇਮੋਸ਼ਨਲ ਹੁੰਦੀਆਂ। ਤੇ ਜਦੋਂ ਇਹੋ ਜਿਹੀਆਂ ਚੀਜ਼ਾਂ ਉਹ ਦੇਖਣਗੀਆਂ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਇਸ ਲੈਵਲ ਤੇ ਜਿਹੜੇ ਸਾਡੇ ਹਿਊਮਨ ਰਾਈਟਸ ਵਾਇਲੇਟ ਹੁੰਦੇ ਆ ਜਾਂ ਲੋਕਾਂ ਨਾਲ ਧੱਕੇਸ਼ਾਹੀ ਹੁੰਦੀ ਆ, ਉਹ ਹੋਊਗੀ। ਬੜੀ ਸੋਹਣੀ ਗੱਲਬਾਤ ਤੁਹਾਡੇ ਨਾਲ ਹੋਈ ਤੇ ਤੁਸੀਂ ਸਮਾਂ ਦਿੱਤਾ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਧੰਨਵਾਦ ਜੀ, ਤੁਸੀਂ ਮੈਨੂੰ ਚੁਣਿਆ, ਔਰ ਬੀ ਸੋਸ਼ਲ ਦੇ ਸਾਰੇ ਹੀ ਸਰੋਤਿਆਂ ਦਾ ਵੀ ਧੰਨਵਾਦ ਜੋ ਇੰਨਾ ਸਮਾਂ ਕੱਢ ਕੇ ਬਿਜ਼ੀ ਸਮੇਂ ਦੇ ਵਿੱਚੋਂ ਮੈਨੂੰ ਸੁਣਨ ਪਹੁੰਚੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਸ਼ਸ਼ਨਦੀਪ ਕੌਰ, ਛੋਟੀ ਜਿਹੀ ਉਮਰ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾਣਖਾਨਾ ਦੇ ਸਰਪੰਚ ਬਣਦੇ ਨੇ, ਤੇ ਪਿੰਡ ਦੇ ਲਈ ਬਹੁਤ ਸਾਰਾ ਕੁਝ ਨਵਾਂ ਕਰਦੇ ਨੇ, ਤੇ ਅੱਗੇ ਵੀ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਨੇ। ਬਹੁਤ ਸੋਹਣੀ ਗੱਲਬਾਤ ਜਿਹੜੀ ਹੋਈ ਆ। ਅੱਗੇ ਮਿਲਦੇ ਆ ਕਿਸੇ ਨਵੀਂ ਸ਼ਖਸੀਅਤ ਦੇ ਨਾਲ। ਦਿਓ ਆਗਿਆ। ਸਤਿ ਸ਼੍ਰੀ ਅਕਾਲ।